ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਦਾ ਸਾਡਾ ਟੌਪਿਕ ਹੈ ਲੈਂਡ ਮਾਰਕੀਟ, ਭੂਮੀ ਦਾ ਬਾਜ਼ਾਰ। ਜਿਵੇਂ ਕਿ ਅਸੀਂ ਮਾਈਕਰੋ ਇਕਨੋਮਿਕਸ ਦੇ ਵਿੱਚ ਫਰਮਸ ਆਫ ਮਾਰਕੀਟ ਦੀ ਗੱਲ ਕੀਤੀ ਹੈ ਕਿ ਡਿਫਰੈਂਟ ਟਾਈਪਸ ਆਫ ਫਰਮਸ ਨੇ, ਪਰਫੈਕਟ ਕੰਪੀਟੀਸ਼ਨ, ਮੋਨੋਪੋਲੀ, ਮੋਨੋਪੋਲਿਸਟਿਕ, ਠੀਕ ਹੈ, ਐਂਡ oligopoli। ਇਹ ਜਿਹੜੀਆਂ ਫਰਮਸ ਨੇ ਇਹ ਪ੍ਰਾਈਸ ਤੇ ਆਊਟਪੁੱਟ ਨਾਲ ਰਿਲੇਟਡ ਜਿਹੜੇ ਡਿਸੀਜਨਸ ਨੇ ਇਹ ਲੈਂਦੀਆਂ ਨੇ। ਤਾਂ ਜਦੋਂ ਕੋਈ ਵੀ ਫਰਮ ਨੇ ਫੈਕਟਰ ਆਪਣੀ ਪ੍ਰੋਡਕਸ਼ਨ ਕਰਨੀ ਹੁੰਦੀ ਆ, ਆਊਟਪੁੱਟ ਕਰਨੀ ਹੁੰਦੀ ਆ, ਤਾਂ ਉਹ ਫਰਮ 4 ਫੈਕਟਰ ਆਫ ਪ੍ਰੋਡਕਸ਼ਨ ਆ ਜਿਹੜੇ ਉਹ ਯੂਜ਼ ਕਰਦੀ ਆ। ਉਹ 4 ਫੈਕਟਰ ਆਫ ਪ੍ਰੋਡਕਸ਼ਨਸ ਕਿਹੜੇ ਹੁੰਦੇ ਨੇ? ਫਸਟ ਇਜ਼ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰ। ਆਪਾਂ ਨੇ ਲੇਬਰ ਮਾਰਕੀਟ ਦੀ ਗੱਲ ਕੀਤੀ ਸੀ, ਜਿਹਦੇ ਵਿੱਚ ਲੇਬਰ ਦੀ ਡਿਮਾਂਡ ਤੇ ਸਪਲਾਈ ਦੇਖੀ ਸੀ ਤੇ ਉਹਨਾਂ ਦੇ ਵਿੱਚ ਵੇਜਿਸ ਕਿਸ ਤਰ੍ਹਾਂ ਡਿਟਰਮਾਈਨ ਹੁੰਦੀਆਂ ਨੇ ਉਹ ਦੇਖੀਆਂ ਸੀ। ਇਸੇ ਤਰ੍ਹਾਂ ਅੱਜ ਆਪਾਂ ਲੈਂਡ ਮਾਰਕੀਟ ਦੇਖਾਂਗੇ ਕਿ ਜਿਹੜਾ ਲੈਂਡ ਆ ਇਹ ਫੈਕਟਰ ਆਫ ਪ੍ਰੋਡਕਸ਼ਨ ਹੈ, ਇਹਨੂੰ ਯੂਜ਼ ਕੀਤਾ ਜਾਂਦਾ ਹੈ ਲੈਂਡ ਨੂੰ, ਤੇ ਜਿਹੜਾ ਇਹਦਾ ਰੈਂਟ ਹੁੰਦਾ ਲੈਂਡ ਦੇ ਯੂਜ਼ ਦੇ ਬਦਲੇ ਆਪਾਂ ਰੈਂਟ ਪ੍ਰੋਵਾਈਡ ਕਰਦੇ ਹਾਂ। ਜਿਹੜਾ ਰੈਂਟ ਹੁੰਦਾ ਇਹ ਕੀ ਚੀਜ਼ ਹੈ ਤੇ ਕਿੱਦਾਂ ਫਿਕਸ ਹੁੰਦਾ ਹੈ, ਰੈਂਟ ਦੀ ਡਿਟਰਮੀਨੇਸ਼ਨ ਕਿੱਦਾਂ ਹੁੰਦੀ ਹੈ। ਤੇ ਲੈਂਡ ਮਾਰਕੀਟ ਦੇ ਵਿੱਚ ਕੀ ਕੀਤਾ ਜਾਂਦਾ? ਲੈਂਡ ਦੀ ਸਪਲਾਈ ਤੇ ਲੈਂਡ ਦੀ ਡਿਮਾਂਡ ਕੀਤੀ ਗਈ ਹੈ। ਤੇ ਲੈਂਡ ਮਾਰਕੀਟ ਦੇ ਵਿੱਚ ਆਪਾਂ ਰੈਂਟ ਦੀ ਗੱਲ ਕਰਾਂਗੇ। ਲੈਂਡ ਨਾਲ ਰਿਲੇਟਡ ਜੋ ਵੀ ਟੈਕਨੀਕਸ ਆਪਣੀਆਂ ਥਿਊਰੀਜ਼ ਨੇ, ਠੀਕ ਹੈ, ਮਾਡਰਨ ਥਿਊਰੀ ਐਂਡ ਕਲਾਸੀਕਲ ਥਿਊਰੀ, ਜਿਹਦੇ ਥਰੂ ਆਪਾਂ ਨੇ ਦੱਸਿਆ ਹੈ ਕਿ ਰੈਂਟ ਹੈ ਜਿਹੜਾ ਲੈਂਡ ਦਾ ਉਹ ਇਸ ਤਰ੍ਹਾਂ ਰਾਈਜ਼ ਹੁੰਦਾ ਹੈ। ਤਾਂ ਉਹ ਰੀਜ਼ਨਸ ਦੇਖਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖੀਏ ਕਿ ਲੈਂਡ ਭੂਮੀ ਕਹਿੰਦੇ ਆ, ਭੂਮੀ ਨੂੰ ਲੈਂਡ ਕਹਿੰਦੇ ਆਪਾਂ, ਜਿਹਦੇ ਉੱਪਰ ਆਪਾਂ ਐਗਰੀਕਲਚਰ ਵੀ ਕਰ ਸਕਦੇ ਹਾਂ, ਬਿਲਡਿੰਗਸ ਵੀ ਬਣਾ ਸਕਦੇ ਹਾਂ, ਤੇ ਕੋਈ ਵੀ ਜਿਹੜਾ ਆਪਣਾ ਵਰਕ ਹੈ ਉਹ ਸਟਾਰਟ ਕਰ ਸਕਦੇ ਹਾਂ, ਤੇ ਪਲਾਂਟ ਵੀ ਸੈਟਅਪ ਕਰ ਸਕਦੇ ਹਾਂ ਫॉर ਦਾ ਪ੍ਰੋਡਕਟ। ਤੇ ਲੈਂਡ ਦੇ ਬਦਲੇ ਜਿਹੜੇ ਆਪਣੇ ਫਰਮਸ ਨੇ, ਪ੍ਰੋਡਿਊਸਰਸ ਨੇ, ਉਹ ਕੀ ਪ੍ਰੋਵਾਈਡ ਕਰਦੇ ਨੇ? ਰੈਂਟ ਪ੍ਰੋਵਾਈਡ ਕਰਦੇ ਨੇ। ਤਾਂ ਜਿਹੜਾ ਇਹ ਰੈਂਟ ਆ ਇਹ ਆਪਾਂ ਨਾਰਮਲੀ ਵਰਡਾਂ ਦੇ ਵਿੱਚ ਯੂਜ਼ ਕਰਦੇ ਆ ਕਿ ਰੈਂਟ ਕਿਸੇ ਵੀ ਚੀਜ਼ ਦੀ ਉਹ ਪੇਮੈਂਟ ਆ ਜਿਹਨੂੰ ਆਪਾਂ ਫਿਕਸ ਟਾਈਮ ਪੀਰੀਅਡ ਦੇ ਲਈ ਜਦੋਂ ਕਿਸੇ ਚੀਜ਼ ਦਾ ਯੂਜ਼ ਕਰਦੇ, ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਨੇ ਵਿਆਹ ਦੇ ਵਿੱਚ ਟੈਂਟ ਲੈ ਆਂਦਾ, ਕਰੋਕਰੀ ਲੈ ਆਂਦੀ, ਠੀਕ ਆ, ਫਰਨੀਚਰ ਦਾ ਰੈਂਟ, ਹਾਊਸ ਦਾ ਰੈਂਟ, ਸ਼ਾਪ ਦਾ ਰੈਂਟ, ਕਰੋਕਰੀ ਦਾ ਰੈਂਟ। ਕਹਿੰਦੇ ਆਪਾਂ ਇਹ ਸਰਵਿਸਿਜ਼ ਲੈਣ ਦੇ ਬਦਲੇ ਜੋ ਵੀ ਕਹਿੰਦੇ ਆਪਾਂ ਪੇਮੈਂਟਸ ਕਰਦੇ ਆ, ਦੈਟ ਇਜ਼ ਕਾਲਡ ਰੈਂਟ ਨਾਰਮਲ ਲੈਂਗੁਏਜ ਦੇ ਵਿੱਚ। ਲੇਕਿਨ ਬਟ ਕਹਿੰਦੇ ਇਕਨੋਮਿਕਸ ਦੇ ਵਿੱਚ ਜਿਹੜੇ ਆਪਣਾ ਰੈਂਟ ਟਰਮ ਹੈ ਇਹਨੂੰ ਡਿਫਰੈਂਟ ਵੇ ਦੇ ਨਾਲ ਯੂਜ਼ ਕੀਤਾ ਜਾਂਦਾ ਹੈ। ਕਹਿੰਦੇ ਰੈਂਟ ਨੂੰ ਆਪਾਂ ਕਿਸ ਚੀਜ਼ ਦੀ ਲੈਂਡ ਦੀ ਪੇਮੈਂਟ ਦੱਸਦੇ ਆ, ਜਿਹੜੀ ਕਹਿੰਦੇ ਫੈਕਟਰ ਆਫ ਪ੍ਰੋਡਕਸ਼ਨ ਦੇ ਵਜੋਂ ਵਰਤੀ ਜਾਂਦੀ ਹੈ ਲੈਂਡ। ਕਹਿੰਦੇ ਜਿਹੜੀ ਲੈਂਡ ਦੀ ਆਪਣੀ ਸਪਲਾਈ ਹੁੰਦੀ ਹੈ ਉਹ ਪਰਫੈਕਟਲੀ ਕੀ ਹੁੰਦੀ ਆ? imperfectly elastic ਸਪਲਾਈ ਹੁੰਦੀ ਹੈ। ਮੀਨਸ ਲੈਂਡ ਦੀ ਸਪਲਾਈ ਇਨਕਰੀਜ਼ ਡਿਕਰੀਜ਼ ਨਹੀਂ ਹੁੰਦੀ, ਇਹ ਉਨੀ ਹੀ ਰਹਿੰਦੀ ਹੈ, ਕਾਂਸਟੈਂਟ ਹੀ ਰਹਿੰਦੀ ਹੈ। ਤਾਂ ਲੈਂਡ ਇਜ਼ ਦਾ ਮੇਨ ਐਗਜ਼ਾਮਪਲ ਲੈਂਡ ਆ ਜਿਹਦੇ ਥਰੂ ਆਪਾਂ ਜਿਹੜਾ ਰੈਂਟ ਹੈ ਲੈਂਡ ਦੇ ਬਦਲੇ ਉਹ ਕੀ ਕਰਦੇ ਆ? ਪ੍ਰੋਵਾਈਡ ਕਰਦੇ ਆ। ਤਾਂ ਇਹਦੀ ਡੈਫੀਨੇਸ਼ਨ ਵੀ ਹੈ ਅਕੋਰਡਿੰਗ ਟੂ ਰਿਕਾਰਡੋ ਲੈਂਡ ਦੀ ਡੈਫੀਨੇਸ਼ਨ। ਤਾਂ ਫਰਸਟ ਕਹਿੰਦੇ ਅਕੋਰਡਿੰਗ ਟੂ ਲੈਂਡ ਦੀ ਡੈਫੀਨੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਕੀ ਆ? ਅਕੋਰਡਿੰਗ ਟੂ ਰਿਕਾਰਡੋ, ਰੈਂਟ ਇਜ਼ ਦਾ ਪ੍ਰਾਈਸ ਪੇਡ ਫॉर द यूज ऑफ द ओरिजिनल एंड इंडिस्ट्रक्टेबल पावर ऑफ सप्लाई। कहते रिकार्डो की कहते ने रेंट इज द प्राइस paid for the use of the original and indestructible power of the soil। कहते जो अपन लैंड ਨੂੰ यूज करते हैं ਤਾਂ ਆਪਾਂ ਇਸ ਯੂਜ਼ ਦੇ ਬਦਲੇ ਕੀ ਆ? ओरिजिनल लैंड ਨੂੰ यूज ਕਰਦੇ ਆ। ਮਤਲਬ ਇਹਦੀ ਜਿਹੜੀ ਆਪਣੀ ਸਪਲਾਈ ਹੁੰਦੀ ਹੈ ਕਾਂਸਟੈਂਟ ਹੁੰਦੀ ਆ ਤੇ ਇਹ ਇਨਡਿਸਟਰਕਟੇਬਲ ਪਾਵਰ ਆਫ ਦਾ ਸੋਇਲ ਹੁੰਦਾ। ਤੇ ਕਲਾਸੀਕਲ ਇਕਨੋਮਿਸਟ ਤੇ ਇਹਨਾਂ ਦੇ ਲਈ ਵਿਊ ਨੇ ਜਿਹੜੇ ਉਹ ਡਿਫਰੈਂਟ ਨੇ। ਕਹਿੰਦੇ ਉਹਨਾਂ ਨੇ ਜਿਹੜੀ ਲੈਂਡ ਦੀ ਸਰਵਿਸਿਜ਼ ਹੈ ਉਹਨੂੰ ਅਲੱਗ ਤੌਰ ਤੇ ਕਿਹਾ ਹੈ। ਕਹਿੰਦੇ ਸਪਲਾਈ ਆਫ ਲੈਂਡ ਫॉर ਐਨ ਇਕਨੋਮੀ ਇਜ਼ ਫਿਕਸਡ ਔਰ ਪਰਫੈਕਟਲੀ ਇਨਇਲਾਸਟਿਕ। ਕਹਿੰਦੇ ਜਿਹੜੀ ਲੈਂਡ ਦੀ ਸਪਲਾਈ ਹੁੰਦੀ ਆ ਉਹ ਕੀ ਹੁੰਦੀ ਆ? ਆਪਣੀ ਫਿਕਸ ਹੁੰਦੀ ਆ। ਲੈਂਡ ਦੀ ਸਪਲਾਈ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੁੰਦਾ ਹੈ। ਨਾ ਤਾਂ ਲੈਂਡ ਦੀ ਸਪਲਾਈ ਇਨਕਰੀਜ਼ ਕਰ ਸਕਦੇ ਆ, ਨਾ ਤਾਂ ਲੈਂਡ ਦੀ ਸਪਲਾਈ ਡਿਕਰੀਜ਼ ਕਰ ਸਕਦੇ ਆ। ਤੇ ਜਿਹੜੀ ਲੈਂਡ ਆ ਉਹਦੇ ਬਦਲੇ ਜਿਹੜਾ ਆਪਾਂ ਰੈਂਟ ਦਿੰਦੇ ਆ ਉਹ ਕਿਸ ਚੀਜ਼ ਤੇ ਡਿਪੈਂਡ ਕਰਦਾ? ਓਨਲੀ ਡਿਮਾਂਡ ਤੇ ਡਿਪੈਂਡ ਕਰਦਾ ਹੈ। ਤਾਂ ਇਹਦੇ ਲਈ ਉਹਨਾਂ ਨੇ ਕੀ ਬੋਲਿਆ? ਜਿਵੇਂ ਕਿ ਫੋਰ ਐਗਜ਼ਾਮਪਲ ਰੈਂਟ ਕੀ ਹੁੰਦਾ? ਆਪਣੇ ਜਿਹੜੇ ਕਲਾਸੀਕਲ ਇਕਨੋਮਿਸਟ ਕੀ ਕਹਿੰਦੇ ਨੇ? ਕਹਿੰਦੇ ਫੋਰ ਐਗਜ਼ਾਮਪਲ ਆਪਾਂ ਕਿਸੇ ਲੈਂਡ ਨੂੰ ਯੂਜ਼ ਕਰ ਰਹੇ ਹਾਂ ਤੇ ਆਪਾਂ ਲੈਂਡ ਦੇ ਨਾਲ ਨਾਲ ਜੋ ਲੈਂਡ ਦੇ ਟਿਊਬਵੈਲ ਦੀ ਫੈਸਿਲਿਟੀ ਆ ਉਹਨੂੰ ਵੀ ਯੂਜ਼ ਕਰ ਰਹੇ। ਮੀਨਸ ਟਿਊਬਵੈਲ ਦੇ ਥਰੂ ਆਪਾਂ ਪਾਣੀ ਵੀ ਲੈ ਰਹੇ ਹਾਂ। ਤਾਂ ਕਹਿੰਦੇ ਜਦੋਂ ਆਪਾਂ ਲੈਂਡਲੋਰਡ ਹੈ ਜਿਹੜਾ ਉਹ ਆਪਣਾ ਟਿਊਬਵੈਲ ਵੀ ਦਿੰਦਾ ਹੈ, ਮਤਲਬ ਲੈਂਡ ਦੇ ਨਾਲ ਨਾਲ ਫੈਸਿਲਿਟੀ ਵੀ ਪ੍ਰੋਵਾਈਡ ਕਰਦਾ, ਤਾਂ ਡੈਟ ਇਜ਼ ਕਾਲ ਇਹਨੂੰ ਆਪਾਂ ਇਕਨੋਮਿਕ ਰੈਂਟ ਨਹੀਂ ਕਹਾਂਗੇ, ਇਹਨੂੰ ਆਪਾਂ ਕੰਟਰੈਕਟ ਰੈਂਟ ਕਹਾਂਗੇ। ਕਹਿੰਦੇ ਇਟ ਇਜ਼ ਸੋ ਬਿਕॉज ਦਿਸ ਪੇਮੈਂਟ ਇਜ਼ ਮੇਡ ਨਾਟ ਫॉर द यूज ऑफ लैंड, इट included the interest on the capital invested on the installation of tube wells, such as the payment therefore is called contract rent। there is a difference between economic rent and contract rent। economic rent ਉਹ ਹੁੰਦਾ
ਜਦੋਂ ਸਿਰਫ ਲੈਂਡ ਦੇ ਯੂਜ਼ ਦੇ ਲਈ ਰੈਂਟ ਪ੍ਰੋਵਾਈਡ ਕਰਦੇ ਹਾਂ। ਲੇਕਿਨ ਜਦੋਂ ਲੈਂਡ ਦੇ ਯੂਜ਼ ਦੇ ਨਾਲ ਜੋ ਕੈਪੀਟਲ ਇਨਵੈਸਟ ਕਰਕੇ ਆਪਾਂ ਨੂੰ ਫੈਸਿਲਿਟੀ ਦਿੱਤੀ ਜਾਂਦੀ ਹੈ, ਜਿਵੇਂ ਕਿ ਟਿਊਬਵੈਲ ਦੀ ਫੈਸਿਲਿਟੀ ਲੈਂਡ ਦੇ ਨਾਲ ਆਪਾਂ ਨੂੰ ਮਿਲਦੀ ਆ, ਤਾਂ ਡੈਟ ਇਜ਼ ਕਾਲਡ ਕੰਟਰੈਕਟ ਰੈਂਟ। ਤਾਂ ਇੱਕ ਆਪਾਂ ਪਰਟੀਕੂਲਰ ਟਾਈਮ ਪੀਰੀਅਡ ਦੇ ਲਈ ਉਹ ਲੈਂਡ ਦੇ ਨਾਲ ਜਿਹੜੀ ਕੈਪੀਟਲ ਇਨਵੈਸਟ ਕਰਕੇ ਟਿਊਬਵੈਲ ਲਗਵਾਈ ਉਹਦਾ ਯੂਜ਼ ਕਰਦੇ, ਤਾਂ ਇਹ ਹੁੰਦਾ ਕੰਟਰੈਕਟ ਰੈਂਟ। The contract rent is the payment which is made for the use of land and the capital investment thereon on predetermined conditions। ਤੇ ਇਕਨੋਮਿਕ ਰੈਂਟ ਜਿਹਦੇ ਵਿੱਚ ਸਿਰਫ ਓਨਲੀ ਆ ਲੈਂਡ ਦਾ ਆਪਾਂ ਯੂਜ਼ ਕਰਦੇ ਆ। ਤਾਂ ਕਲਾਸੀਕਲ ਇਕਨੋਮਿਸਟ ਨੇ ਕੀ ਕਿਹਾ ਹੈ, ਇਕਨੋਮਿਕ ਰੈਂਟ ਇਜ਼ ਦਾ ਪ੍ਰਾਈਸ ਪੇਡ ਫॉर ਦਾ ਯੂਜ਼ ਆਫ ਦਾ ਸਬਸਿਡੀ ਆਫ ਲੈਂਡ। ਕਹਿੰਦੇ ਜਦੋਂ ਆਪਾਂ ਸਿਰਫ ਲੈਂਡ ਦੀ ਜਿਹੜੀ ਸਬਸਿਡੀ ਹੈ ਉਹਨੂੰ ਲੈਂਦੇ ਆ, ਉਹਨੂੰ ਯੂਜ਼ ਕਰਦੇ ਆ, ਤਾਂ ਇਟ ਇਜ਼ ਕਾਲਡ ਇਕਨੋਮਿਕ ਰੈਂਟ। Economic rent is also referred to as surplus because it is received by the landlord without any effort। ਕਹਿੰਦੇ ਵਿਦਆਊਟ ਐਨੀ ਐਫਰਟਸ ਕਹਿੰਦੇ ਆਪਾਂ ਸਰਪਲਸ ਜਨਰੇਟ ਕਰ ਸਕਦੇ ਹਾਂ। ਤਾਂ ਉਹ ਜਿਹੜਾ ਸਰਪਲਸ ਜਨਰੇਟ ਹੁੰਦਾ ਇਕਨੋਮਿਕ ਰੈਂਟ ਦੇਖ ਕੇ, ਦੈਟ ਇਜ਼ ਕਾਲਡ ਇਕਨੋਮਿਕ ਸਰਪਲਸ। ਕਹਿੰਦੇ ਮਾਡਰਨ ਇਕਨੋਮਿਸਟ ਨੇ ਕੀ ਬੋਲਿਆ ਹੈ, ਆਪਣੇ ਜਿਹੜੇ ਕਲਾਸੀਕਲ ਇਕਨੋਮਿਸਟ ਸੀ ਉਹਨਾਂ ਨੇ ਬੋਲਿਆ ਹੈ ਕਿ ਜਿਹੜਾ ਹੈ ਆਪਾਂ ਸਿਰਫ ਲੈਂਡ ਦੇ ਬਦਲੇ ਰੈਂਟ ਪ੍ਰੋਵਾਈਡ ਕਰਦੇ ਆ, ਦੈਟ ਇਜ਼ ਕਾਲਡ ਇਕਨੋਮਿਕ ਰੈਂਟ। ਐਂਡ ਜਿਹੜਾ ਲੈਂਡ ਦੇ ਨਾਲ ਸਰਵਿਸਿਜ਼ ਲੈਂਦੇ ਆ ਜਦੋਂ ਆਪਾਂ ਉਹ ਰੈਂਟ ਪ੍ਰੋਵਾਈਡ ਕਰਦੇ, ਦੈਟ ਇਜ਼ ਕਾਲਡ ਕੰਟਰੈਕਟ ਰੈਂਟ। ਐਂਡ ਜਿਹੜੇ ਮਾਡਰਨ ਇਕਨੋਮਿਸਟ ਨੇ ਜਿਵੇਂ ਕਿ ਜੌਨ ਰੌਬਨਸ ਹੋ ਗਿਆ ਐਂਡ ਗੋਲਡਿੰਗ ਹੋ ਗਿਆ, ਉਹ ਕੀ ਕਹਿੰਦੇ ਨੇ, ਕਹਿੰਦੇ ਟੋਟਲ ਇਨਕਮ ਆਫ ਈਚ ਫੈਕਟਰ ਆਫ ਪ੍ਰੋਡਕਸ਼ਨ ਕੈਨ ਬੀ ਰੈਂਟ। ਕਹਿੰਦੇ ਜਦੋਂ ਟੋਟਲ ਇਨਕਮ ਦੇ ਵਿੱਚੋਂ ਆਪਾਂ ਟੋਟਲ ਜਿਹੜੀ ਕਾਸਟ ਹੈ ਉਹ ਮਾਈਨਸ ਕਰਦੇ ਤਾਂ ਜੋ ਆਪਣੇ ਕੋਲ ਬਚੇਗਾ, ਦੈਟ ਇਜ਼ ਕਾਲਡ ਰੈਂਟ। ਇਨਕਮ ਰਿਸੀਵਡ ਬਾਈ ਲੈਂਡ ਅਲੋਨ ਕੈਨ ਨਾਟ ਬੀ ਕਾਲਡ ਰੈਂਟ। ਕਹਿੰਦੇ ਸਿਰਫ ਜਿਹੜੀ ਇਨਕਮ ਰਿਸੀਵ ਕੀਤੀ ਜਾਂਦੀ ਹੈ ਰੈਂਟ ਤੋਂ, ਸਿਰਫ ਆਪਾਂ ਨੂੰ ਰੈਂਟ ਨਹੀਂ ਕਹਿੰਦੇ। ਮਾਡਰਨ ਇਕਨੋਮਿਸਟ ਨੇ ਕੀ ਬੋਲਿਆ ਹੈ, ਕਹਿੰਦੇ ਰੈਂਟ ਅਰਾਈਜ਼ ਹੁੰਦਾ ਕਿਉਂਕਿ ਓਪਰਚੁਨਿਟੀ ਕਾਸਟ ਹੁੰਦੀ ਹੈ ਕਿਸੇ ਵੀ ਚੀਜ਼ ਦੀ। ਓਪਰਚੁਨਿਟੀ ਕਾਸਟ ਮਤਲਬ ਕਹਿੰਦੇ ਆਪਾਂ ਬੈਸਟ ਚੀਜ਼ ਨੂੰ ਯੂਜ਼ ਕਰਦੇ ਹਾਂ, ਪੁਰਾਣੀ ਚੀਜ਼ ਨੂੰ ਆਪਾਂ ਛੱਡ ਦਿੰਦੇ ਹਾਂ। ਜਦੋਂ ਵੀ ਆਪਾਂ ਨੂੰ ਨਿਊ ਕੋਈ ਆਪਸ਼ਨ ਮਿਲਦੀ ਹੈ ਤਾਂ ਆਪਾਂ ਉਹਦੇ ਪਿੱਛੇ ਜਾਂਦੇ ਹਾਂ, ਤੇ ਪੁਰਾਣੀ ਚੀਜ਼ ਨੂੰ ਛੱਡਦੇ ਨੇ ਤਾਂ ਨਿਊ ਆਪਸ਼ਨ ਦੇ ਬਦਲੇ ਜੋ ਆਪਾਂ ਨੂੰ ਰਿਵਾਰਡ ਮਿਲਦਾ ਹੈ ਤਾਂ ਦੈਟ ਇਜ਼ ਕਾਲਡ ਰੈਂਟ। ਜਿਵੇਂ ਕਿ ਡਿਫਰੈਂਟ ਫੈਕਟਰ ਆਫ ਪ੍ਰੋਡਕਸ਼ਨਸ ਨੇ, ਲੈਂਡ, ਲੇਬਰ, ਕੈਪੀਟਲ, ਕਹਿੰਦੇ ਇਹਦੇ ਸੈਵਰਲ ਯੂਜ਼ਸ ਨੇ, ਤੇ ਲੈਂਡ ਦੇ ਵੀ ਸੈਵਰਲ ਯੂਜ਼ਸ ਨੇ। ਐਜ਼ ਸੱਚ each factor will be used for the purpose of which its income is maximum। लेकिन हर एक ਜਿਹੜੀ ਹੈ ਆਪਣੇ ਫੈਕਟਰ ਆਫ ਪ੍ਰੋਡਕਸ਼ਨ ਜਦੋਂ ਆਪਾਂ ਯੂਜ਼ ਕਰਦੇ ਹਾਂ, ਇਹਨਾਂ ਦਾ ਮੇਨ ਏਮ ਕੀ ਹੁੰਦਾ, ਆਪਣੀ ਇਨਕਮ ਨੂੰ ਕੀ ਕਰਨਾ, ਮੈਕਸਿਮਮ ਕਰਨਾ। opportunity cost of a factor used in the worker yield maximum income। it is the price of the output that factor concerned can earn by working in the next best alternative uses। ਤਾਂ ਕਹਿੰਦੇ ਆਪਾਂ ਕੀ ਕਰਦੇ, ਜਿਵੇਂ ਕਿ ਲੈਂਡ ਤੇ ਆਪਾਂ ਐਗਰੀਕਲਚਰ ਦੀ ਪ੍ਰੋਡਕਸ਼ਨ ਕਰ ਰਹੇ ਹਾਂ, ਤਾਂ ਉਦੋਂ ਆਪਾਂ ਅਗਰ ਆਪਣੀ ਵੀਟ ਦੀ ਪ੍ਰੋਡਕਸ਼ਨ ਘੱਟ ਹੋ ਰਹੀ ਹੈ, 10 ਕੁਇੰਟਲ ਹੋ ਰਹੀ ਹੈ, ਲੇਕਿਨ ਉਸ ਦੀ ਜਗ੍ਹਾ ਤੇ ਆਪਣੀ ਮੇਜ਼ ਦੀ ਜਿਹੜੀ ਹੈ ਪ੍ਰੋਡਕਸ਼ਨ ਉਹ 20 ਕੁਇੰਟਲ ਹੋ ਰਹੀ ਹੈ, ਤਾਂ ਆਪਾਂ ਵੀਟ ਦੀ ਜਗ੍ਹਾ ਤੇ ਮੇਜ਼ ਨੂੰ ਪ੍ਰੋਡਿਊਸ ਕਰਨਾ ਪਸੰਦ ਕਰਾਂਗੇ। ਤਦ ਕਿ ਆਪਾਂ ਅਲਟਰਨੇਟਿਵ ਯੂਜ਼ਸ ਕਰਾਂਗੇ ਲੈਂਡ ਦੇ। ਤਾਂ ਇੱਕ ਪ੍ਰੋਡਕਟ ਨੂੰ ਪ੍ਰੋਡਿਊਸ ਕਰਨ ਦੀ ਬਜਾਏ ਦੂਸਰੀ ਆਪਾਂ ਕ੍ਰੌਪ ਨੂੰ ਕੀ ਕਰਾਂਗੇ, ਪ੍ਰੋਡਿਊਸ ਕਰਾਂਗੇ। ਕਹਿੰਦੇ ਦੈਟ ਇਜ਼ ਦਾ, ਕਹਿੰਦੇ ਜਿਹੜੀ ਟ੍ਰਾਂਸਫਰ ਅਰਨਿੰਗ ਇਜ਼ ਓਪਰਚੁਨਿਟੀ ਕਾਸਟ। ਆਪਾਂ ਨੇ ਕੀ ਹੈ, ਜਿਹੜੀ ਇਨਕਮ ਪ੍ਰਾਪਤ ਕੀਤੇ ਟ੍ਰਾਂਸਫਰ ਕੀਤਾ ਜਿਸ ਤੋਂ, ਉਹਦੇ ਵਿੱਚ ਜਦੋਂ ਆਪਾਂ ਐਕਚੁਅਲ ਅਰਨਿੰਗ ਜੋ ਆਪਾਂ ਨੂੰ ਹੁਣ ਹੋ ਰਹੀ ਹੈ ਉਹਦੇ ਵਿੱਚੋਂ ਮਾਈਨਸ ਕਰਾਂਗੇ ਤਾਂ ਜੋ ਆਪਣਾ ਬਚ ਜਾਏਗਾ ਸਰਪਲਸ, ਦੈਟ ਇਜ਼ ਕਾਲਡ ਰੈਂਟ। Thus, transfer earning is the minimum earning which is a factor must get in the existing job. Otherwise, it will transfer itself to the another job where he is likely to get the minimum earning। Transfer earning ਜੋ ਆਪਾਂ ਪਹਿਲਾਂ earn ਕਰਦੇ ਸੀ, ਐਂਡ ਐਕਚੁਅਲ ਅਰਨਿੰਗ ਜੋ ਆਪਾਂ ਹੁਣ ਅਰਨ ਕਰ ਰਹੇ ਹਾਂ। ਠੀਕ ਹੈ, ਆਪਾਂ ਟ੍ਰਾਂਸਫਰ ਹੋਇਆ, ਜਿਵੇਂ ਕਿ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦੀ ਹਾਂ, ਤਾਂ ਰੈਂਟ ਕੀ ਹੁੰਦਾ, ਰੈਂਟ ਇਜ਼ ਅ ਡਿਫਰੈਂਸ ਬਿਟਵੀਨ ਟ੍ਰਾਂਸਫਰ ਅਰਨਿੰਗ ਐਂਡ ਐਕਚੁਅਲ ਅਰਨਿੰਗ। ਐਕਚੁਅਲ ਅਰਨਿੰਗ ਤੇ ਟ੍ਰਾਂਸਫਰ ਅਰਨਿੰਗ ਦੇ ਵਿੱਚ ਜੋ ਡਿਫਰੈਂਸ ਹੁੰਦਾ, ਦੈਟ ਇਜ਼ ਕਾਲਡ ਰੈਂਟ। ਇਹ ਮਾਡਰਨ ਆਪਣੇ ਇਕਨੋਮਿਸਟ ਕਹਿੰਦੇ ਨੇ ਕਿ ਜਿਹੜੀ ਆਪਣੀ ਰੈਂਟ ਆ ਇਹ ਰਾਈਜ਼ ਹੁੰਦਾ ਓਪਰਚੁਨਿਟੀ ਕਾਸਟ ਦੇ ਕਰਕੇ, ਕਿਉਂਕਿ ਬੈਸਟ ਅਲਟਰਨੇਟਿਵ ਆਪਾਂ ਯੂਜ਼ ਕਰਦੇ ਆ, ਬੈਸਟ ਆਪਸ਼ਨ ਤੇ ਜਾਂਦੇ ਆ ਤੇ ਪੁਰਾਣੀ ਨੂੰ ਰਿਪਲੇਸ ਕਰਦੇ ਆ, ਬੈਸਟ ਆਪਸ਼ਨ ਯੂਜ਼ ਕਰਦੇ ਨਾਲ ਜੋ ਸਾਡਾ ਗੈਪ ਹੁੰਦਾ, ਦੈਟ ਇਜ਼ ਕਾਲਡ ਰੈਂਟ। ਇਨ ਅਦਰ ਵਰਡਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਕਿ ਸਪੋਜ਼ ਆ ਪੀਅਨ ਇਨ ਅ ਕਾਲਜ, ਇੱਕ ਕਾਲਜ ਦੇ ਵਿੱਚ ਇੱਕ ਪੀਅਨ ਹੈ, ਠੀਕ ਹੈ, ਉਹਨੂੰ ਆਪਣਾ ਜੋ ਹੈ ਪਰ ਮੰਥ 9000 ਆ ਜਿਹੜਾ ਮਿਲਦਾ ਹੈ, 9000 ਮਿਲਦਾ ਹੈ। ਕਹਿੰਦੇ ਅਗਰ ਕਹਿੰਦੇ ਉਹਨੂੰ ਕੀ ਮਿਲਦੀ ਹੈ, ਬੈਂਕ ਦੇ ਵਿੱਚ ਜੌਬ ਮਿਲਦੀ ਆ, ਤਾਂ ਹੁਣ ਉਹ ਕਾਲਜ ਨੂੰ ਛੱਡ ਕੇ ਬੈਂਕ ਦੇ ਵਿੱਚ ਜੌਬ ਕਰਦਾ, ਤਾਂ ਬੈਂਕ ਦੇ ਵਿੱਚ ਉਹਨੂੰ ਜੌਬ ਦਾ ਜੋ ਹੈ ਪੇਮੈਂਟਸ 1 ਮੰਥ ਦੀ ਉਹ 10000 ਕੀਤੀ ਜਾਂਦੀ ਹੈ, ਜਦਕਿ ਕਾਲਜ ਦੇ ਵਿੱਚ 9000 ਕੀਤੀ ਜਾਂਦੀ ਸੀ। ਤਾਂ 9000 ਕੀ ਆਪਣੀ ਟ੍ਰਾਂਸਫਰ ਅਰਨਿੰਗ ਆ, ਕਿਉਂਕਿ ਆਪਾਂ 9000 ਤੋਂ ਕਿੱਥੇ ਗਏ ਆ, 10000 पे गया। 10000 की है जो अपनी ਹੁੰਦੀ अर्निंग है, दैट इज कॉल्ड एक्चुअल अर्निंग। तब ਜੇ ਆਪਾਂ ਐਕਚੁਅਲ अर्निंग ਦੇ ਵਿੱਚੋਂ ਜਿਹੜੀ ਆਪਣੀ ਟ੍ਰਾਂਸਫਰ अर्निंग ਆ ਮਾਈਨਸ ਕਰਾਂਗੇ,
अपने को की रह जाएगा 1000 रह जाएगा 10,000 माइनस 9,000 इज इक्वल टू 1000 देन 1000 की मिलिया मेरे ये अपॉर्चुनिटी कॉस्ट है जो मैं अपनी पीएन ਦੀ ਜੌਬ ਨੂੰ ਕਾਲਜ ਦੇ ਵਿੱਚ ਛੱਡ ਕੇ ਆਪਣੀ ਬੈਂਕ ਦੀ ਜੌਬ ਦੇ ਵਿੱਚ ਆਏ ਹੈ ਤਾਂ ਇਹ ਅਲਟਰਨੇਟਿਵ ਕਾਸਟ ਹੈ ਮੇਰੀ ਠੀਕ ਹੈ ਦੈਟ ਇਜ਼ ਕਾਲਡ ਰੈਂਟ ਕਹਿੰਦੇ ਰੈਂਟ ਇਸ ਕਰਕੇ ਕੀ ਹੁੰਦਾ ਹੈ ਰਾਈਜ਼ ਹੁੰਦਾ ਹੈ ਤੇ ਇੱਥੇ ਜਿਹੜੀ ਹੈ ਆਪਣੀ ਕਾਰਬਨ ਦੀ ਡੈਫੀਨੇਸ਼ਨ ਹੈ ਰੈਂਟ ਇਜ਼ ਦਾ ਪ੍ਰਾਈਸ ਪੇਡ ਫॉर ਦਾ ਯੂਜ਼ ਆਫ ਲੈਂਡ ਕਹਿੰਦੇ ਕਾਰਬਨ ਨੇ ਬੋਲਿਆ ਕਿ ਰੈਂਟ ਕਹਿੰਦੇ ਉਹ ਪ੍ਰਾਈਸ ਹੈ ਜਿਹੜਾ ਲੈਂਡ ਦੇ ਯੂਜ਼ ਲਈ ਪੇ ਕੀਤਾ ਜਾਂਦਾ ਹੈ ਰੈਂਟ ਐਜ਼ ਰਿਟਰਨ ਟੂ ਲੈਂਡ ਯੂਜ਼ ਇੱਥੇ ਵੀ ਲਿਖਿਆ ਹੈ ਕਿ ਜਿਹੜਾ ਰੈਂਟ ਹੈ ਉਹ ਸਾਨੂੰ ਰਿਟਰਨ ਹੁੰਦਾ ਹੈ ਕਿਸ ਦੇ ਵਜੋਂ ਜਦੋਂ ਆਪਾਂ ਲੈਂਡ ਦਾ ਯੂਜ਼ ਕਰਦੇ ਹਾਂ ਕਦੇ ਜਦੋਂ ਬਿਜ਼ਨਸਮੈਨ ਤੇ ਐਂਟਰਪ੍ਰੀਨਿਓਰ 4 ਫੈਕਟਰ ਆਫ ਪ੍ਰੋਡਕਸ਼ਨ ਯੂਜ਼ ਕਰਦਾ ਤਾਂ ਉਹਨਾਂ ਦੇ ਵਿੱਚ ਜਦੋਂ ਲੈਂਡ ਯੂਜ਼ ਕਰੇਗਾ ਤਾਂ ਲੈਂਡ ਦੇ ਬਦਲੇ ਉਹ ਕੀ ਪ੍ਰੋਵਾਈਡ ਕਰੇਗਾ ਰੈਂਟ ਦੀ ਪੇਮੈਂਟ ਕਰੇਗਾ ਰੈਂਟ ਇਜ਼ ਅ ਕਾਸਟ एंड नेक्स्ट इज द टाइप्स ऑफ रेंट डिफरेंट टाइप्स ऑफ रेंट ने जो आप देखेंगे सब तो पहला है अपना इकोनॉमिक रेंट तो पता ही है पेमेंट मेड फॉर द यूज ऑफ लैंड इज अलोन इज कॉल्ड इकोनॉमिक रेंट द टर्म रेंट इज यूज द सेंस ऑफ इकोनॉमिक रेंट जो कहते आप सिर्फ ਜਿਹੜੀ ਹੈ ਲੈਂਡ ਦੇ ਯੂਜ਼ ਦੀ ਪੇਮੈਂਟ ਕਰਦੇ ਆ ਤਾਂ ਇਹਨੂੰ ਇਕਨੋਮਿਕ ਰੈਂਟ ਬੋਲਦੇ ਆ ਇਕਨੋਮਿਕ ਰੈਂਟ ਰੈਫਰਸ ਟੂ ਦਾ ਪੇਮੈਂਟ ਫॉर द यूज ऑफ लैंड ओनली इकोनॉमिक रेंट इज आल्सो कॉल्ड सरप्लस भी बोलते हैं एंड उस तो बाद ग्रॉस रेंट सेकंड टाइप इज द ग्रॉस रेंट रेफर्स टू दैट रेंट विच इज पेड फॉर द सबसिडी ऑफ लैंड एंड कैपिटल इन्वेस्टमेंट ऑन इट ਕਹਿੰਦੇ ਇਹਨੂੰ ਆਪਾਂ ਗ੍ਰੋਸ ਰੈਂਟ ਨੂੰ ਬੋਲਦੇ ਆ ਜਦੋਂ ਆਪਾਂ ਲੈਂਡ ਦੇ ਨਾਲ ਨਾਲ ਜਿਹੜੀ ਲੈਂਡ ਤੇ ਸਬਸਿਡੀ ਸਾਨੂੰ ਦਿੱਤੀ ਜਾ ਰਹੀ ਹੈ ਆਪਾਂ ਉਹਦਾ ਵੀ ਯੂਜ਼ ਕਰਦੇ ਆ ਇਹਦੇ ਵਿੱਚ ਕਹਿੰਦੇ ਗ੍ਰੋਸ ਰੈਂਟ ਦੇ ਵਿੱਚ ਇਕਨੋਮਿਕ ਰੈਂਟ ਵੀ ਹੁੰਦਾ ਲੈਂਡ ਦੇ ਯੂਜ਼ ਦਾ ਰੈਂਟ ਵੀ ਹੁੰਦਾ ਐਂਡ ਪਲੱਸ ਇਹਦੇ ਵਿੱਚ ਹੁੰਦਾ ਆਪਣਾ ਇੰਟਰਸਟ ਔਰ ਕੈਪੀਟਲ ਇਨਵੈਸਟਮੈਂਟ ਜੋ ਆਪਾਂ ਨੇ ਲੈਂਡ ਤੇ ਕੀਤੀ ਉਹਦਾ ਖਰਚਾ ਵੀ ਹੁੰਦਾ ਐਂਡ थर्ड ਹੁੰਦਾ ਰਿਵਾਰਡ ਆਫ ਰਿਸਕ ਕਹਿੰਦੇ 3 ਟਾਈਪਸ ਆਫ ਜਿਹੜੇ ਇਹ ਆਪਣੇ ਪੇਮੈਂਟਸ ਨੇ ਹੁੰਦੀਆਂ ਨੇ फर्स्ट इज इकोनॉमिक रेंट सैकेंड इज कैपिटल जी इन्वेस्ट की रेंट एंड थर्ड इज कहते जी है अपना रिवार्ड फॉर रिस्क दैट इज कॉल्ड ग्रॉस रेंट जो तीनों तक की करेंगे प्लस एंड नेक्स्ट इज सिक्योरिटी रेंट जो मॉडर्न इकोनॉमिस्ट ने किया स्कार्सिटी रेंट कहते अकॉर्डिंग टू एनिमिस्ट इकोनॉमिस्ट माल्थस ने बोले मेन कॉजेस फॉर द एमरजेंस ऑफ रेंट इज स्कार्सिटी ऑफ लैंड मेन कहते रेंट अराइज होने का रीजन की है स्कार्सिटी ऑफ लैंड वॉट इज द स्कार्सिटी का मतलब है कि जी अपने को लैंड है उसकी जी सप्लाई है घट है लेकिन लैंड की जी डिमांड है वो डे बाय डे की हो रही है इंक्रीज हो रही है जिदे करके जो अपना लैंड का प्राइस है मीनस रेंट है वो भी की हो रहा है इंक्रीज हो रहा है ठीक है कहते दैट इज वाई कि जो अपना रेंट है वो की होंगे अराइज होंगे स्कार्सिटी के करके क्योंकि सप्लाई ऑफ लैंड इज इन इलास्टिक जिन्नी डिमांड इंक्रीज होएगी उतना ही अपना जरा रेंट और भी की होएगा अराइज होएगा एंड द नेक्स्ट टाइप इज डिफरेंशिएट रेंट कहते रिकार्डो ने बोलिया है रेंट अराइज होंदा बिकॉज ऑफ द डिफरेंस इन द फर्टिलिटी ऑफ लैंड रिकार्डो कहते हैं कि जी अपनी लैंड की फर्टिलिटी है डिफरेंट होंदा कई जी लैंड होंगी लैस फर्टाइल होंगी कई जी होंगी अपनी मोर फर्टाइल लैंड होंगी मीन सुपीरियर ते इनफीरियर लैंड होंगी दैट इज बाय डिफरेंट वैरायटीज ऑफ लैंड होंगे ने जिदे करके रेंट अराइज होंदा जी ए ग्रेड लैंड है मोर फर्टाइल लैंड है उसका रेंट ज़्यादा होएगा जी अपनी लैस फर्टाइल मीन इनफीरियर लैंड है उसका रेंट की होएगा घट होएगा कहते रिकार्डो ने बोलिया कि इंटेंसिव ते एक्सटेंसिव जी कल्टीवेशन है वो डिफरेंशिएट रेंट के लिए किया ਜ਼ਿੰਮੇਵਾਰ ਹੈ ਤੇ ਇੱਥੇ ਕਹਿੰਦੇ ਰਿਕਾਰਡੋ ਨੇ ਬੋਲਿਆ ਕਿ ਲਾ ਆਫ ਡਿਮਿਨਿਸ਼ਿੰਗ ਰਿਟਰਨ ਵੀ ਕੀ ਹੁੰਦਾ ਹੈ ਅਪਲਾਈ ਹੁੰਦਾ ਹੈ ਉਹ ਆਪਾਂ ਥਿਊਰੀਜ਼ ਦੇ ਵਿੱਚ ਦੇਖਾਂਗੇ ਤਾਂ फोर्थ टाइप इज द डिफरेंशिएट रेंट कि डिफरेंट ਜਿਹੜੀ ਲੈਂਡ ਉਹਦਾ ਰੈਂਟ ਕੀ ਉਹ ਡਿਫਰੈਂਟ ਹੁੰਦਾ ਹੈ ਐਂਡ ਦਾ ਫਿਫਥ ਇਜ਼ ਸਿਚੁਏਸ਼ਨ ਰੈਂਟ ਕਹਿੰਦੇ ਜਿਹੜਾ ਆਪਣਾ ਲੈਂਡ ਦਾ ਰੈਂਟ ਹੈ ਸਿਚੁਏਸ਼ਨ ਤੇ ਵੀ ਕੀ ਕਰਦਾ ਹੈ डिपेंड करता क्योंकि सिचुएशन रेंट मीन्स है कि ਜਿਹੜੀ अपनी एरिया है अपना लैंड है अगर टाउन्स ते सिटीज ते ज्यादा नेड़े है ਤਾਂ ਉਹਦਾ ਰੈਂਟ ਲੈਂਡ ਦਾ ਕੀ ਹੋਏਗਾ ਜ਼ਿਆਦਾ ਹੋਏਗਾ ਅਗਰ ਲੈਂਡ ਸਿਟੀਜ਼ ਤੇ ਟਾਊਨਸ से ज़्यादा नेड़े क्योंकि सिटीज ਤੇ ਟਾਊਨਸ ਦੇ ਵਿੱਚ ट्रांसपोर्ट फैसिलिटी भी है बैंकिंग फैसिलिटीज भी है सारिया फैसिलिटीज ने तो लोग इस ਜਿਹੜੀ है अपनी लैंड सिटीज ਤੇ ਟਾਊਨਸ ਦੇ ਕੋਲ ਉਹਨੂੰ ਜ਼ਿਆਦਾ ਪ੍ਰੈਫਰ ਕਰਨਗੇ ਲੈਣੀ ਹੈ ਤਾਂ ਉਹਦੀ ਡਿਮਾਂਡ ਕੀ ਹੋਏਗੀ ਜ਼ਿਆਦਾ ਹੋਏਗੀ दैट इज वाई द रेंट ਇਹ ਜਿਹੜਾ ਹੈ ਟਾਊਨਸ ਏਰੀਆ ਐਂਡ ਸਿਟੀਜ਼ ਏਰੀਆ ਦੇ ਵਿੱਚ ਜ਼ਿਆਦਾ ਹੋਏਗਾ ਇਸ ਤੋਂ ਦੂਸਰੀ ਤਰਫ ਜਿਹੜਾ ਵਿਲੇਜ ਏਰੀਆ ਹੈ ਉੱਥੇ ਟਰਾਂਸਪੋਰਟ ਫੈਸਿਲਿਟੀਜ਼ ਜਾਂ ਅਦਰ ਫੈਸਿਲਿਟੀਜ਼ बैंकिंग फैसिलिटीज ਵਗੈਰਾ ਘੱਟ ਨੇ ਤਾਂ ਕਹਿੰਦੇ ਉਹਨਾਂ ਦੇ ਵਿੱਚ ਐਜ਼ ਕੰਪੈਰੀਜ਼ਨ ਟਾਊਨਸ ਐਂਡ ਸਿਟੀਜ਼ ਦੇ ਨਾਲੋਂ ਕੀ ਹੋਏਗਾ ਰੇਟ ਆਫ ਜਿਹੜਾ ਆਪਣਾ ਹੈ ਰੈਂਟ ਕੀ ਹੋਏਗਾ ਘੱਟ ਹੋਏਗਾ दैट इज वाई इनू की कहते हैं सिचुएशन रेंट कहते हैं
एंड द नेक्स्ट इज अफेक्ट ऑफ टैक्स ऑन द लैंड यूज कहते ਜਿਹੜਾ ਆਪਣਾ ਲੈਂਡ ਆ ਜਦੋਂ ਆਪਾਂ ਉਹਨੂੰ ਯੂਜ਼ ਕਰਦੇ ਆ ਉਹ ਤੇ ਜਿਹੜਾ ਟੈਕਸ ਆ ਉਹਦਾ ਵੀ ਇਫੈਕਟ ਪੈਂਦਾ ਹੈ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਕੁਆਂਟੀਟੀ ਆਫ ਲੈਂਡ ਦਿਖਾਈ ਹੋਈ ਹੈ ਇਫੈਕਟ ਆਫ ਟੈਕਸ ਔਨ ਲੈਂਡ ਦਿਖਾਇਆ ਹੋਇਆ ਹੈ ਤੇ ਇਹਦੇ ਵਿੱਚ ਕੀ ਆ ਆਪਣੀ ਜਿਹੜੀ ਲੈਂਡ ਦੀ ਸਪਲਾਈ ਹੈ ਕਾਂਸਟੈਂਟ ਉਹਦੇ ਵਿੱਚ ਕੋਈ ਵੀ ਚੇਂਜ ਨਹੀਂਗਾ ਪਹਿਲਾਂ ਜਿਹੜੀ ਆਪਣੀ ਡਿਮਾਂਡ ਕਰਵ ਹੈ D1 ਠੀਕ ਹੈ ਉਹ ਆਪਣੀ ਸਪਲਾਈ ਕਰਵ ਨੂੰ E1 ਤੇ ਕੱਟ ਕਰੀਏ E1 ਇਜ਼ ਅ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਰੈਂਟ ਫਿਕਸ ਕੀਤਾ ਗਿਆ ਹੈ ਅਗਰ ਕਹਿੰਦੇ ਟੈਕਸ ਲੈਂਡ ਤੇ ਲੱਗ ਜਾਂਦਾ ਹੈ ਤਾਂ ਜਿਹੜੀ ਆਪਣੀ ਲੈਂਡ ਦੀ ਡਿਮਾਂਡ ਆ ਉਹ ਘਟ ਜਾਏਗੀ D2 ਹੋ ਜਾਏਗੀ ਜਿਹਦੇ ਕਰਕੇ ਜਿਹੜੀ ਹੈ लैंड का रेंट भी हो जाएगा डिक्रीज हो जाएगा ठीक है नैक्सट इज अ थ्योरीज ऑफ रेंट कहते रेंट के नाल रिलेटेड टू थ्योरीज ने जड़ियां दित्तियां गईयां ने रेंट नाल रिलेटेड फर्स्ट इज द Ricardian theory of rent and second is a modern theory of rent. There are two theories of rent जो कि बहुत ज़्यादा important ने तो firstly ਆਪਾਂ करते हैं Ricardian theory of rent. तो what is Ricardian theory of rent? ਕਹਿੰਦੇ ਜਿਹੜਾ ਡੇਵਿਡ ਰਿਕਾਰਡੋ ਸੀਗਾ ਉਹਨੇ ਸਿਸਟਮੈਟਿਕ ਥਿਊਰੀ ਦਿੱਤੀ ਹੈ ਰੈਂਟ ਦੀ ਆਪਣੀ ਬੁੱਕ ਦੇ ਵਿੱਚ ਉਹਦੀ ਬੁੱਕ ਦਾ ਨਾਮ ਹੈ ਪ੍ਰਿੰਸੀਪਲ ਆਫ ਪੋਲਿਟੀਕਲ ਇਕਨੋਮਿਕਸ ਐਂਡ ਟੈਕਸੇਸ਼ਨਸ ਠੀਕ ਹੈ ਤਾਂ ਉਹਨਾਂ ਨੇ ਇਸ ਬੁੱਕ ਦੇ ਵਿੱਚ ਆਪਣੀ ਥਿਊਰੀ ਦਿੱਤੀ ਹੈ ਉਹਨਾਂ ਨੇ ਕੀ ਕਿਹਾ ਹੈ ਕਹਿੰਦੇ ਜਿਹੜਾ ਆਪਣਾ ਲਾ ਆਫ ਡਿਮਿਨਿਸ਼ਿੰਗ ਰਿਟਰਨਸ ਹੈ ਜਿਹੜਾ ਆਪਣੀ ਜਿਹੜੀ ਹੈ ਲੈਂਡ ਉਹਦੇ ਉੱਪਰ ਅਪਲਾਈ ਹੁੰਦਾ ਹੈ ਤਾਂ ਲੈਂਡ ਦੀ ਜਿਹੜੀ ਹੈ ਆਪਣੀ ਰਿਕਾਰਡੀਅਨ ਥਿਊਰੀ ਉਹਦੀ ਮੇਨ ਡੈਫੀਨੇਸ਼ਨ ਕੀ ਆ ਕੀ ਕਹਿੰਦੇ ਨੇ ਰਿਕਾਰਡੋ rent is that portion of the produce of the earth which is paid to the landlord for the use of original and indestructible power of the soil ਰਿਕਾਰਡੋ ਕਹਿੰਦੇ ਨੇ ਕਿ ਲੈਂਡ ਹੈ ਜਿਹੜਾ ਰੈਂਟ ਹੈ ਜਿਹੜਾ ਕਹਿੰਦੇ ਉਹ ਪੋਰਸ਼ਨ ਹੈ ਅਰਥ ਦੀ ਪ੍ਰੋਡਕਸ਼ਨ ਦਾ ਜਿਹਨੂੰ ਕਹਿੰਦੇ ਪੇ ਕੀਤਾ ਜਾਂਦਾ ਹੈ ਲੈਂਡਲॉर्ड ਨੂੰ ठीक है किदे ਲਈ यूज ऑफ जो ਆਪਾਂ ओरिजिनल एंड इंडिस्ट्रक्टेबल पावर ऑफ सॉइल ਹੈ ਜਿਹੜੀ ਉਹਨੂੰ ਕੀ ਕਰਦੇ ਆ ਯੂਜ਼ ਕਰਦੇ ਆ ਠੀਕ ਹੈ ਤਾਂ ਇਹਦਾ ਕੀ ਆ assumptions ਕੀ ਨੇ ਰਿਕਾਰਡੀਅਨ ਥਿਊਰੀ ਕਿਸ ਚੀਜ਼ ਤੇ ਬੇਸਿਕ ਹੈ ਇਹਦੇ ਬੇਸਿਕ assumptions ਕੀ ਨੇ first is there is difference in the fertility of land some land are superior or fertile and other land are inferior or less fertile ਰਿਕਾਰਡੋ ਦੀ ਫਰਸਟ ਅਜ਼ੰਪਸ਼ਨ ਹੈ ਉਹਨੇ ਬੇਸਿਕ ਅਜ਼ੰਪਸ਼ਨ ਇਹ ਦੱਸੀ ਹੈ ਕਿ ਜਿਹੜੀ ਰੈਂਟ ਆ ਉਹ ਤਾਂ ਕਰਕੇ ਰਾਈਜ਼ ਹੁੰਦਾ ਕਿਉਂਕਿ ਫਰਟੀਲਿਟੀ ਆਫ ਲੈਂਡ ਦੇ ਵਿੱਚ ਡਿਫਰੈਂਸ ਹੁੰਦਾ ਹੈ ਕਹਿੰਦੇ ਇੱਕ ਸੁਪੀਰੀਅਰ ਲੈਂਡ ਹੁੰਦੀ ਹੈ ਇੱਕ ਇਨਫੀਰੀਅਰ ਲੈਂਡ ਹੁੰਦੀ ਆ ਠੀਕ ਹੈ ਸੁਪੀਰੀਅਰ ਲੈਂਡ ਦਾ ਰੈਂਟ ਜ਼ਿਆਦਾ ਹੋਏਗਾ ਇਨਫੀਰੀਅਰ ਲੈਂਡ ਦਾ ਜਿਹੜਾ ਰੈਂਟ ਆ ਉਹ ਕੀ ਹੋਏਗਾ ਘੱਟ ਹੋਏਗਾ second from the point of view of the entire economy supply is land is fixed it cannot be increased or decreased ਜਿਹੜੇ ਅਦਰ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹਨਾਂ ਦੀ ਕੁਆਂਟੀਟੀ ਇਨਕਰੀਜ਼ ਐਂਡ ਡਿਕਰੀਜ਼ ਹੋ ਸਕਦੀ ਹੈ ਬਟ ਲੈਂਡ ਇਜ਼ ਅ ਫ੍ਰੀ ਗਿਫਟ ਬਾਈ ਨੇਚਰ ਲੈਂਡ ਸਾਨੂੰ ਬਾਈ ਨੇਚਰ ਮਿਲੀ ਹੈ ਲੈਂਡ ਦੀ ਆਪਾਂ ਜਿਹੜੀ ਆਪਣੀ ਹੈ ਕੁਆਂਟੀਟੀ ਸਪਲਾਈ ਉਹਨੂੰ ਇਨਕਰੀਜ਼ ਨਹੀਂ ਕਰ ਸਕਦੇ ਲੈਂਡ ਦੀ ਜਿਹੜੀ ਸਪਲਾਈ ਉਹ ਕੀ ਆ ਫਿਕਸਡ ਹੈ ਨਾ ਇਹ ਇਨਕਰੀਜ਼ ਹੋ ਸਕਦੀ ਹੈ ਨਾ ਹੀ ਇਹ ਡਿਕਰੀਜ਼ ਹੋ ਸਕਦੀ ਹੈ and land has only one use cultivations there is no alternative uses of land ਰਿਕਾਰਡੋ ਨੇ ਬੋਲਿਆ ਹੈ ਕਿ ਜਿਹੜੀ ਲੈਂਡ ਆ ਆਪਾਂ ਉਹਨੂੰ ਸਿਰਫ ਵਨ ਯੂਜ਼ ਦੇ ਲਈ ਵਰਤਦੇ ਆ ਤੇ ਇਹਦਾ ਕੋਈ ਵੀ ਹੋਰ ਅਲਟਰਨੇਟਿਵ ਯੂਜ਼ਸ ਨਹੀਂ ਹੈਗਾ देयर इज परफेक्ट कंपटीशन in product market hence one kind of agriculture production sell in the entire market at one price ਰਿਕਾਰਡੋ ਨੇ ਬੋਲਿਆ ਕਿ ਆਪਣੀ ਜਿਹੜੀ ਇਕਨੋਮੀ ਹੈ ਮਾਰਕੀਟ ਹੈ ਉਹਦੇ ਵਿੱਚ ਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ ਹੈ ਸਿਰਫ ਇੱਕੋ ਤਰ੍ਹਾਂ ਦਾ ਜਿਹੜਾ ਐਗਰੀਕਲਚਰ ਪ੍ਰੋਡਕਟ ਹੈ ਉਹ ਪ੍ਰੋਡਿਊਸ ਕੀਤਾ ਜਾਂਦਾ ਹੈ ਤੇ ਸਾਰੀ ਮਾਰਕੀਟ ਦੇ ਵਿੱਚ ਇੱਕੋ ਪ੍ਰਾਈਸ ਤੇ ਕੀ ਕੀਤਾ ਜਾਂਦਾ ਹੈ ਸੇਲ ਕੀਤਾ ਜਾਂਦਾ ਹੈ ਲਾ ਆਫ ਡਿਮਿਨਿਸ਼ਿੰਗ ਰਿਟਰਨਸ ਆਪਰੇਟ ਇਨ ਐਗਰੀਕਲਚਰ ਕਹਿੰਦੇ ਐਗਰੀਕਲਚਰ ਸੈਕਟਰ ਦੇ ਵਿੱਚ ਲਾ ਆਫ ਡਿਮਿਨਿਸ਼ਿੰਗ ਰਿਟਰਨਸ ਨੇ ਜਿਹੜੇ ਅਪਲਾਈ ਹੁੰਦੇ ਨੇ ਫੋਰ ਐਗਜ਼ਾਮਪਲ ਕਿ ਜਦੋਂ ਆਪਾਂ ਆਪਣੀ ਜਿਹੜੀ ਫਿਕਸਡ ਫੈਕਟਰ ਆਫ ਪ੍ਰੋਡਕਸ਼ਨ ਹੈ ਲੈਂਡ ਹੈ ਉਸ ਤੇ ਆਪਾਂ ਵੇਰੀਏਬਲਸ ਫੈਕਟਰਸ ਨੂੰ ਯੂਜ਼ ਕਰਦੇ ਹਾਂ ਮੀਨਸ ਲੇਬਰ ਨੂੰ ਜ਼ਿਆਦਾ ਯੂਜ਼ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਆ ਕੇ ਜਿਹੜੀ ਆਪਣੀ ਲੈਂਡ ਦੀ ਪ੍ਰੋਡਕਟਿਵਿਟੀ ਉਹ ਕੀ ਹੋਣੀ ਸਟਾਰਟ ਹੋ ਜਾਂਦੀ ਹੈ ਡਿਕਰੀਜ਼ ਹੋਣੀ ਸਟਾਰਟ ਹੋ ਜਾਂਦੀ ਹੈ देयर एडजस्टेंस मार्जिनल और नॉन रेंट लैंड इन इकोनॉमी ਕਹਿੰਦੇ ਨॉन रेंट लैंड ਜਿਹੜੀ ਆਪਣੀ ਇਕਨੋਮੀ ਦੇ ਵਿੱਚ ਕੋਈ ਵੀ ਨਹੀਂ ਹੈ ਐਂਡ लैंड इज कल्टीवेटेड इन ऑर्डर ऑफ इट्स फर्टिलिटी ਕਹਿੰਦੇ ਲੈਂਡ ਦੀ ਜਿਹੜੀ ਕਲਟੀਵੇਸ਼ਨ ਹੈ ਦੀ ਫਰਟੀਲਿਟੀ ਦੇ ਅਕੋਰਡਿੰਗ ਹੁੰਦੀ ਹੈ ਫਸਟ ਆਫ ਆਲ ਦਾ ਫਾਰਮਰ ਕਲਟੀਵੇਟ ਮੋਰ ਫਰਟਾਈਲ ਲੈਂਡ ਐਂਡ ਦੈਨ ਲੈਸ ਫਰਟਾਈਲ
कहते कल्टीवेशनस ਨੂੰ ਫਰਟੀਲਿਟੀ ਨੂੰ ਦੇਖਦੇ ਹੋਏ ਕਲਟੀਵੇਸ਼ਨਸ ਦੇ ਲਈ ਸਭ ਤੋਂ ਪਹਿਲਾਂ ਜਿਹੜੀ ਜ਼ਿਆਦਾ ਆਪਣੀ ਸੁਪੀਰੀਅਰ ਲੈਂਡ ਹੈ ਉਹਨੂੰ ਵਰਤਣਗੇ, ਬਾਅਦ ਦੇ ਵਿੱਚ ਇਨਫੀਰੀਅਰ ਨੂੰ। ਐਂਡ ਫਰਟੀਲਿਟੀ ਆਫ ਲੈਂਡ ਇਜ਼ ओरिजिनल एंड इंडिस्ट्रक्टेबल। डिमांड फॉर एग्रीकल्चर प्रोडक्ट इंक्रीज विद इंक्रीज इन पॉपुलेशन। कहते एग्रीकल्चर प्रोडक्ट्स की डिमांड उदों इंक्रीज होती है जो कहते जी पॉपुलेशन है ਉਹਦਾ साइज की होता है इंक्रीज। cost of agriculture produce depends upon amount of labor spent on it। कहते एग्रीकल्चर प्रोडक्शन की जी कॉस्ट है किस चीज़ से डिपेंड करती है, लेबर से डिपेंड करती है कि आप लैंड से कितनी लेबर यूज कर रहे हैं। इन ऑर्डर टू ब्रिंग ऑल काइंड्स ऑफ लैंड अंडर कल्टीवेशन अ यूनिफॉर्म नंबर ऑफ लेबर इज एम्प्लॉयड। cost of production is uniform but amount of produce from different land is different land ਦੀ ਜਿਹੜੀ amount of production ਜੋ ਕਿ different ਹੁੰਦੀ ਆ। ਤਾਂ ਇਹ ਸੀਗੀਆਂ ਬੇਸਿਕ ਅਜ਼ੰਪਸ਼ਨਸ, ਠੀਕ ਹੈ, ਜੋ ਆਪਣੀਆਂ ਰਿਕਾਰਡੋ ਦੀਆਂ ਸੀਗੀਆਂ। ਐਂਡ ਸਟੇਟਮੈਂਟ ਆਫ ਦਾ ਥਿਊਰੀ, ਇਹਦੀ ਐਕਸਪਲੇਨੇਸ਼ਨ ਦੇਖ ਲੈਂਦੇ ਆ ਪਹਿਲਾਂ। ਕਹਿੰਦੇ ਰਿਕਾਰਡੋ ਕੀ ਕਹਿੰਦਾ ਹੈ, ਰਿਕਾਰਡੋਸ ਥਿਊਰੀ ਆਫ ਰੈਂਟ ਕੈਨ ਬੀ ਐਕਸਪਲੇਨ, ਆਪਾਂ ਕਰ ਸਕਦੇ ਹਾਂ ਇਹਨੂੰ ਐਕਸਪਲੇਨ ਵਿਦ ਦਾ ਹੈਲਪ ਆਫ ਵਨ ਐਗਜ਼ਾਮਪਲ। ਤਾਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਆ। ਇਨ ਅ ਨਿਊ ਕੰਟਰੀ, ਕਹਿੰਦੇ ਮੰਨ ਲਓ ਆਪਣੀ ਨਿਊ ਕੰਟਰੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਜਿਹੜੀ ਇਨੀਸ਼ੀਅਲੀ ਪਾਪੂਲੇਸ਼ਨ ਉਹ ਕੀ ਹੈ, ਵੈਰੀ ਲੋ ਹੈ, ਬਹੁਤ ਘੱਟ ਪਾਪੂਲੇਸ਼ਨ ਹੈ। ਤੇ ਕਹਿੰਦੇ ਸਪਲਾਈ ਆਫ ਆਲ ਟਾਈਪਸ ਆਫ ਲੈਂਡ ਇਜ਼ ਵੈਰੀ ਲਾਰਜ। ਕਹਿੰਦੇ ਪਾਪੂਲੇਸ਼ਨ ਘੱਟ ਹੈ ਲੇਕਿਨ ਜਿਹੜੀ ਲੈਂਡ ਦੀ ਸਪਲਾਈ ਹੈ ਉਹ ਬਹੁਤ ਜ਼ਿਆਦਾ ਹੈ। ਪਾਪੂਲੇਸ਼ਨ ਘੱਟ ਹੋਣ ਕਰਕੇ ਜਿਹੜੀ ਆਪਣੀ ਲੈਂਡ ਦੀ ਡਿਮਾਂਡ ਆ ਉਹ ਕੀ ਆ, ਘੱਟ ਹੈ। ਤਾਂ ਕਹਿੰਦੇ ਜਿਹੜੀ ਸੁਪੀਰੀਅਰ ਲੈਂਡ ਹੈ, ਮਤਲਬ ਜਿਹੜੀ ਆਪਣੀ ਲੈਂਡ ਹੈ ਉਹਦੀ ਫਰਟੀਲਿਟੀ ਦੇ ਅਕੋਰਡਿੰਗ ਲੈਂਡ ਨੂੰ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਏ ਗ੍ਰੇਡ ਲੈਂਡ, ਬੀ ਗ੍ਰੇਡ ਲੈਂਡ, ਸੀ ਗ੍ਰੇਡ ਲੈਂਡ ਐਂਡ ਡੀ ਗ੍ਰੇਡ ਲੈਂਡ। ਜਿਹੜੀ ਏ ਗ੍ਰੇਡ ਲੈਂਡ ਹੈ ਉਹ ਸੁਪੀਰੀਅਰ ਲੈਂਡ ਹੈ, ਉਹਦੀ ਫਰਟੀਲਿਟੀ ਵੀ ਜ਼ਿਆਦਾ ਹੈ। ਕਹਿੰਦੇ ਪਾਪੂਲੇਸ਼ਨ ਘੱਟ ਹੋਣ ਕਰਕੇ ਏ ਗ੍ਰੇਡ ਲੈਂਡ ਦੀ ਸਪਲਾਈ ਜ਼ਿਆਦਾ ਹੋਣ ਕਰਕੇ ਤੇ ਡਿਮਾਂਡ ਘੱਟ ਹੋਣ ਕਰਕੇ ਕਹਿੰਦੇ ਜਿਹੜੇ ਸਾਰੇ ਪਰਸਨਸ ਨੇ ਉਹ ਏ ਗ੍ਰੇਡ ਦੀ ਲੈਂਡ ਨੂੰ ਕੀ ਕਰ ਰਹੇ ਨੇ, ਯੂਜ਼ ਕਰ ਰਹੇ ਨੇ। ਤਾਂ ਏ ਗ੍ਰੇਡ ਲੈਂਡ यूज होएगी तो ये कुछ भी पे नहीं किया जाएगा रेंट, क्योंकि ये सप्लाई बहुत ज़्यादा है। मान लो कहते अपनी जी पापूलेशन है वो इनक्रीज हो गया, पापूलेशन इनक्रीज होगी तो ये पापूलेशन इनक्रीज होने के नाल हुण की कहते लोगों की जी डिमांड है लैंड की वो इनक्रीज होगी, क्योंकि उन्होंने घर चाहिए ने तो प्रोडक्शन के लिए कहते अपने एग्रीकल्चर की प्रोडक्शन के लिए भी स्पेस चाहिए। दैट इज वाई कहते ए ग्रेड की लैंड सफिशेंट नहीं हैगी। हुण ए ग्रेड की जी लैंड है वो लोगों की डिमांड्स को पूरा नहीं कर पाती, तो ये कहते जो कुछ परसनस ने की करेंगे जी बी ग्रेड की लैंड है ए ग्रेड तो लैस जी फर्टाइल लैंड है उन्होंने यूज करेंगे। तो बी ग्रेड की जी है अपनी डिमांड वो की हो जाएगी, अराइज हो जाएगी। हुण देखो ए ग्रेड की लैंड से जी वीट की प्रोडक्शन सी फॉर एग्जाम्पल 10 क्विंटल होंगी सी, ठीक है, तो जी हुण 5 लेबर के नाल ते सेम 5 लेबर के नाल बी ग्रेड की लैंड ते हुण की हो रही है ओनली 8 क्विंटल प्रोड्यूस हो रही है, मीनस 2 क्विंटल ए ग्रेड की लैंड के नालों घट प्रोड्यूस हो रही है। तो जेडे परसन हुण ए ग्रेड की लैंड लैणगे तो उन्होंने 2 क्विंटल्स के इक्वल जो रेंट की करना पेगा, पे करना पेगा, क्योंकि वो एक्सट्रा लै रहे हैं बी तो सरप्लस लै रहे हैं, ठीक है। एंड उस तो बाद अगर पापूलेशन होर इनक्रीज होती है तब कहते बी ग्रेड की लैंड भी सफिशेंट नहीं हैगी, तो की कुछ पीपल्स फिर सी ग्रेड की लैंड करेंगे जी उस तो की घट फर्टाइल है। तो सी ग्रेड के लैंड के विच जो अपनी 5 लेबर के नाल वीट की प्रोडक्शन हो रही है वो मान लो 6 क्विंटल हो रही है, तब की है बी ग्रेड की लैंड का भी जो रेंट है राइज हो जाएगा, क्योंकि बी ग्रेड की लैंड सी ग्रेड के नालों अच्छी है एंड ए ग्रेड की लैंड बी एंड सी दोनों के नालों अच्छी है। तब कहते इतने जो रेंट राइज होएगा फिर की होएगा 2 क्विंटल दे इक्वल। एंड उस तो बाद अगर पॉपुलेशन होर इनक्रीज दैन फिर डी ग्रेड की लैंड यूज होएगी। तब कहते जिमें जिमें कहते ये अपना फर्टिलिटी के अकॉर्डिंग यूजिज बढ़ते जाएंगे तद अपना जोड़ा है इक्वली फर्टाइल लैंड है जी कोई मतलब अपना रेंट नहीं होगा। जिमें कि 4 ग्रेड लैंड के लिए अपना रेंट है 4 क्विंटल, प्रोडक्शन भी 4 क्विंटल हो रही है, तो इट्स मीन 4 माइनस 4 इज इक्वल टू 0, तो जीरो रेंट राइज होएगा डी ग्रेड लैंड का, क्योंकि ये इनफीरियर लैंड है। तद आप कह सकते हैं कि if all land is homogeneous and there is no difference in its fertility, rent will arise because of scarcity of land. In short, rent arises due to the scarcity of land and the difference in the fertility of the measures in the size of land. तो इतने 2 अपन रीजन दसे ने कि फर्स्टली तो scarcity राइज हुई है क्योंकि ए ग्रेड की लैंड सफिशिएंट नहीं सी, तो उस तो बाद बी ग्रेड की लैंड की लोड़ पई है, तो बी ग्रेड की लैस फर्टाइल है,
ਤਾਂ ਬੀ ਗ੍ਰੇਡ ਦੀ ਲੈਂਡ ਦੇ ਨਾਲੋਂ ਅਗਰ ਤਾਂ ਇਕੁਅਲ ਫਰਟਾਈਲ ਨਹੀਂ ਹੈਗੇ, ਜੇ ਇਕੁਅਲ ਫਰਟਾਈਲ ਹੁੰਦੀ ਤਾਂ ਕੋਈ ਰੈਂਟ ਨਹੀਂ ਚੁਣਨਾ, ਲੇਕਿਨ ਹੁਣ ਏ ਗ੍ਰੇਡ ਦੀ ਜਿਹੜੇ ਪਰਸਨਸ ਲੈਂਡ ਲੈਣਗੇ ਤਾਂ ਉਹਨਾਂ ਲਈ ਉਹਨੂੰ ਰੈਂਟ ਪੇ ਕਰਨਾ ਪਏਗਾ ਕਿਉਂਕਿ ਜ਼ਿਆਦਾ ਪ੍ਰੋਡਕਸ਼ਨ ਕਰ ਰਹੀ ਹੈ। ਇਸੇ ਤਰ੍ਹਾਂ ਅਗਰ ਬੀ ਦੀ ਲੈਣਗੇ ਸੀ ਦੇ ਨਾਲੋਂ ਤਾਂ ਬੀ ਦਾ ਕਰਨਾ ਪਏਗਾ। ਤਦ ਕਹਿੰਦੇ ਕਿਉਂਕਿ ਇਹਨਾਂ ਦੀ ਫਰਟੀਲਿਟੀ ਦੇ ਵਿੱਚ ਡਿਫਰੈਂਸ ਹੈ, ਤਦ ਕਹਿੰਦੇ ਇਹਨਾਂ ਦਾ ਜਿਹੜਾ ਰੈਂਟ ਹੈ ਉਹ ਕੀ ਹੁੰਦਾ, ਅਰਾਈਜ਼ ਹੁੰਦਾ। ਤਾਂ ਟੂ ਰੀਜ਼ਨਸ ਨੇ, ਸਕਾਰਸਿਟੀ ਐਂਡ ਦ ਫਰਟੀਲਿਟੀ ਆਫ ਲੈਂਡ ਅਕੋਰਡਿੰਗ ਟੂ ਰਿਕਾਰਡੋ। ਤਾਂ ਤੇ ਡਿਟਰਮੀਨੇਸ਼ਨਸ ਆਫ ਰੈਂਟ ਦਿੱਤਾ ਹੋਇਆ ਕਿ ਰੈਂਟ ਦੀ ਡਿਟਰਮੀਨੇਸ਼ਨ ਰਿਕਾਰਡੋ ਦੇ ਅਕੋਰਡਿੰਗ ਕਿੱਦਾਂ ਹੋਏਗੀ। ਤਾਂ ਇੱਥੇ ਰਿਕਾਰਡੋ ਨੇ ਟੂ ਸਿਚੁਏਸ਼ਨਸ ਦੱਸੀਆਂ ਹੋਈਆਂ ਨੇ। ਫਰਸਟ ਇਜ਼ ਰੈਂਟ ਇਨ ਐਕਸਟੈਂਸਿਵ ਕਲਟੀਵੇਸ਼ਨ ਐਂਡ ਦੂਸਰਾ ਹੈ ਰੈਂਟ ਇਨ ਇੰਟੈਂਸਿਵ ਕਲਟੀਵੇਸ਼ਨ। ਐਂਡ ਰੈਂਟ ਇਨ ਐਕਸਟੈਂਸਿਵ ਕਲਟੀਵੇਸ਼ਨ ਦਾ ਮਤਲਬ ਕੀ ਹੈ, ਰਿਕਾਰਡੋ ਕੀ ਕਹਿੰਦੇ ਨੇ ਕਿ ਰੈਂਟ ਕਹਿੰਦੇ ਐਕਸਟੈਂਸਿਵ ਕਲਟੀਵੇਸ਼ਨ ਦੇ ਵਿੱਚ ਕਿਉਂ ਅਰਾਈਜ਼ ਹੁੰਦਾ। Firstly, कहते what is extensive cultivation? कहते extensive cultivation refers to the cultivation wherein more land is used to increase production। ਕਹਿੰਦੇ ਜਦੋਂ ਆਪਾਂ ਨੇ ਪ੍ਰੋਡਕਸ਼ਨ ਇਨਕਰੀਜ਼ ਕਰਨੀ ਹੁੰਦੀ ਹੈ, ਜਦੋਂ ਆਪਾਂ ਮੋਰ ਲੈਂਡ ਨੂੰ ਜ਼ਿਆਦਾ ਯੂਜ਼ ਕਰਦੇ ਹਾਂ। ਸਪੋਜ਼ ਇੰਟਾਇਰ ਲੈਂਡ ਆਫ ਦ ਕੰਟਰੀ ਹੈਜ਼ ਬੀਨ ਡਿਵਾਈਡ ਇਨਟੂ 4 ਪਾਰਟਸ। ਜਿਵੇਂ ਕਿ ਆਪਾਂ ਨੇ ਉੱਪਰ ਦੇਖਿਆ ਸੀ ਕਿ 4 ਪਾਰਟ ਦੇ ਵਿੱਚ ਸਾਰੀ ਕੰਟਰੀ ਦੀ ਜਿਹੜੀ ਲੈਂਡ ਹੈ ਡਿਵਾਈਡ ਕੀਤੀ ਜਾਂਦੀ ਹੈ A B C ਐਂਡ D ਗ੍ਰੇਡ ਲੈਂਡ। ਕਹਿੰਦੇ ਇਨੀਸ਼ੀਅਲੀ ਜਦੋਂ ਪਾਪੂਲੇਸ਼ਨ ਥੋੜੀ ਆਪਾਂ ਸਾਰੇ ਜਣੇ A ਗ੍ਰੇਡ ਦੀ ਲੈਂਡ ਯੂਜ਼ ਕਰਾਂਗੇ। ਅਗਰ ਸਪੋਜ਼ ਕਰੋ ਕਿ ਜਿਹੜੀ ਆਪਣੀ ਲੈਂਡ ਹੈ वो घट है, सप्लाई घट है लेकिन डिमांड ज़्यादा है, मतलब पॉपूलेशन इंक्रीज होगी तो ए तो हट के बाद बी ग्रेड लैंड एंड उस तो बाद अगर होर कहते पॉपूलेशन इंक्रीज हो रही है तब कहते बी ग्रेड ते ए ग्रेड की लैंड भी सफिशिएंट नहीं हैगी तो इस तो लैस फर्टाइल लैंड सी ग्रेड लैंड यूज होएगी। एंड उस तो बाद अगर होर पॉपूलेशन इंक्रीज दैन डी ग्रेड लैंड यूज होएगी। तब कहते जो इनकी फर्टिलिटी के विच डिफरेंस होएगा दैट इज द रीजन टू अराइज इन रैंट। ਤਾਂ ਇਹਦੇ ਕਰਕੇ ਕੀ ਹੈ, ਜੋ ਰੈਂਟ ਆਪਣਾ ਕੀ ਹੁੰਦਾ ਹੈ ਉਹ ਆਪਣਾ ਡਿਟਰਮਾਈਨ ਹੁੰਦਾ, ਜਿਵੇਂ ਕਿ ਤੁਸੀਂ ਇਸ ਟੇਬਲ ਦੇ ਵਿੱਚ ਜੋ ਉੱਪਰ ਦਿਖਾਇਆ ਹੋਇਆ ਹੈ ਦੇਖ ਸਕਦੇ ਹੋ। ਤਾਂ ਆਪਾਂ ਕਹਿ ਸਕਦੇ ਹਾਂ ਕਿ A grade land over B grade land is called rent A grade land। in this situations no rent भी occurs to the B grade land। ਜੇ ਅਗਰ B grade ਦੀ land sufficient ਹੈ, ਅਗਰ B grade ਦੀ land ਵੀ sufficient ਨਹੀਂ ਹੈਗੀ ਤਦ ਫਿਰ ਕਹਿੰਦੇ ਕੀ ਹੋਏਗਾ, C grade ਜਿਹੜੀ land ਹੈ ਉਹ ਯੂਜ਼ ਕੀਤੀ ਜਾਏਗੀ, ਉਸ ਤੋਂ ਬਾਅਦ D grade land। ਤਾਂ ਤੁਸੀਂ ਦੇਖ ਸਕਦੇ ਹੋ ਐਕਸਟੈਂਸਿਵ ਕਲਟੀਵੇਸ਼ਨਸ ਦੇ ਵਿੱਚ ਡਿਟਰਮੀਨੇਸ਼ਨ ਆਫ ਰੈਂਟ। ਤਾਂ ਫਰਸਟਲੀ ਕਹਿੰਦੇ ਡਿਫਰੈਂਟ ਜਿਹੜੀਆਂ ਆਪਣੀਆਂ ਰੈਂਟ ਲੈਂਡਸ ਦੀਆਂ ਵੈਰਾਈਟੀਜ਼ ਦੱਸੀਆਂ ਹੋਈਆਂ ਨੇ, ਠੀਕ ਹੈ। डिफरेंट अपने ग्रेड्स दसे हुए ने लैंड दे, A B C D तो 4 ग्रेड ऑफ लैंड है, ठीक है। मार्जिनल लैंड दिखाई हुई है, आउटपुट इन क्वांटल्स दिखाई हुई है जो इस लैंड के आउटपुट हो रही है। एंड कॉस्ट ऑफ लेबर एंड कैपिटल दिखाई हुई है जो कि ये सेम है सारी ग्रेड्स की लैंड के विच। एंड सरप्लस ओवर द मार्जिनल लैंड, सरप्लस दिखाया हुआ है कि कितना हो रहा है हर एक लैंड तो, एंड रेंट दिखाया हुआ है। तो फर्स्ट ऑफ ऑल तुसी मान लो कि जी डी ग्रेड लैंड है, डी ग्रेड लैंड मीनस जी लैस फर्टाइल लैंड है, वो जो रेंट है वो कितना है 0 है, ਉਹਦਾ ਆਊਟਪੁੱਟ ਉਹਦੇ ਵਿੱਚ ਕਿੰਨੀ ਹੋ ਰਹੀ ਹੈ 4 ਕੁਆਂਟਲਸ ਹੋ ਰਹੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਲੈਂਡ A ਯੂਜ਼ ਕੀਤੀ ਜਾਂਦੀ ਹੈ A ਗ੍ਰੇਡ ਲੈਂਡ, ਤਾਂ ਉਹਦੇ ਵਿੱਚ ਜਿਹੜੀ ਪ੍ਰੋਡਕਸ਼ਨ ਹੈ A ਗ੍ਰੇਡ ਲੈਂਡ ਉਦੋਂ ਯੂਜ਼ ਕੀਤੀ ਜਾਏਗੀ ਜਦੋਂ ਪੋਪੂਲੇਸ਼ਨ ਘੱਟ ਹੈ। ਤਾਂ ਸਾਰੇ ਪਰਸਨਸ A ਗ੍ਰੇਡ ਲੈਂਡ ਯੂਜ਼ ਕਰ ਰਹੇ ਨੇ ਜਿਹਦੇ ਵਿੱਚ ਪ੍ਰੋਡਕਸ਼ਨ 10 ਹੋ ਰਹੀ ਹੈ, 10 ਕੁਆਂਟਲ ਆਫ ਵੀਟ ਹੋ ਰਹੀ ਹੈ। एंड कॉस्ट ऑफ लेबर कितनी यूज की अपने कॉस्ट ऑफ लेबर ते कैपिटल ते कितनी आ रही है 100 आ रही है। एंड सरप्लस ओवर मार्जिनल लैंड कितना आ रहा है, जिमें कि 4 अपन ने बोलिया कि डी ग्रेड लैंड का जो रेंट है वो कितना जी बहुत इंफीरियर लैंड है 4 रेंट है, अपन ने अज्यूम किया है बेसिक लैंड का। एंड उस तो बाद किया 10 माइनस 4 क्वांटल, ठीक है। आप माइनस करांगे कि डी ग्रेड लैंड 4 क्वांटल प्रोड्यूस हो रही है, 10 माइनस 4 क्वांटल इज इक्वल टू 6 क्वांटल। तो ए ग्रेड लैंड के जी 6 क्वांटल ਵੀਟ ਹੈ ਉਹਦੀ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ। ਤਾਂ A ਗ੍ਰੇਡ ਦੀ ਲੈਂਡ ਦੇ ਲਈ ਕੀ ਹੈ 6 ਆਪਾਂ ਨੂੰ ਜਿਹੜਾ ਰੈਂਟ ਹੈ ਉਹ ਦੇਣਾ ਪਏਗਾ। ਐਂਡ B ਗ੍ਰੇਡ ਦੀ ਲੈਂਡ ਜਦੋਂ ਪਾਪੂਲੇਸ਼ਨ ਇੰਕਰੀਜ਼ ਹੋਈ B ਗ੍ਰੇਡ ਦੀ ਲੈਂਡ ਦਾ ਵੀ ਯੂਜ਼ ਹੋਣਾ ਸਟਾਰਟ ਹੋ ਗਿਆ ਕਿਉਂਕਿ A ਗ੍ਰੇਡ ਦੀ ਲੈਂਡ ਸਫੀਸ਼ੀਐਂਟ ਨਹੀਂ ਸੀਗੀ। ਤਾਂ B ਗ੍ਰੇਡ ਦੀ ਲੈਂਡ ਦੇ ਵਿੱਚ ਜਿਹੜੀ ਆਪਣੀ ਪ੍ਰੋਡਕਸ਼ਨ ਹੋ ਰਹੀ ਹੈ 8 ਕੁਆਂਟਲ ਹੋ ਰਹੀ ਹੈ, ਕਾਸਟ ਆਫ ਲੇਬਰ ਐਂਡ ਕੈਪੀਟਲ ਸੇਮ ਹੈ, ਫਿਕਸ ਹੈ 100 ਹੈ। एंड 8 क्वांटल माइनस 4 क्वांटल इज इक्वल टू 4 क्वांटल, मींस डी ग्रेड दी लैंड दे नालों 4 क्वांटल ज्यादा प्रोडक्शन हो रही है। तो रेंट जो राइज होएगा दैट इज ऑफ 4। एंड उस तो बाद सी ग्रेड लैंड यूज करांगे जिदे विच कहंदे आउटपुट कितनी होएगी 6 क्वांटल होएगी। एंड कॉस्ट ऑफ लेबर एंड कैपिटल किया कांस्टेंट है 100 है। एंड सरप्लस कितना है मार्जिनल लैंड तो मींस 6 माइनस 4 इज इक्वल टू 2, 2 इज द सरप्लस 2 इज द रेंट। एंड उस तो बाद डी ग्रेड लैंड दे विच 4 क्वांटल की प्रोडक्शन हो रही है, कॉस्ट ऑफ लेबर एंड कैपिटल सेम 100 आ रही है, मार्जिनल लैंड की अपनी 4 है।
ਐਂਡ ਸਰਪਲਸ ਲੈਂਡ ਦੇ ਵਿੱਚੋਂ ਜਦੋਂ ਆਪਾਂ ਜਿਹੜਾ ਆਪਣਾ ਹੈ ਵੀਟ ਦੀ ਪ੍ਰੋਡਕਸ਼ਨ 4 ਦੇ ਵਿੱਚੋਂ -4 ਕਰਾਂਗੇ ਇਜ਼ ਇਕੁਅਲ ਟੂ 0, ਤਾਂ ਡੀ ਜਿਹੜੀ ਲੈਂਡ ਹੈ ਉਹਦਾ ਕੋਈ ਵੀ ਰੈਂਟ ਨਹੀਂ ਹੋਏਗਾ ਕਿਉਂਕਿ ਉਹਦੇ ਵਿੱਚ ਜਿਹੜੀ ਫਰਟੀਲਿਟੀ ਹੈ ਉਹਦੇ ਇਕੁਅਲ ਹੈ। ਤਾਂ ਜ਼ੀਰੋ ਰੈਂਟ ਹੈ ਜਿਹੜੀ ਡੀ ਲੈਂਡ ਦੇ ਵਿੱਚ ਹੋ ਰਿਹਾ ਕਿਉਂਕਿ ਇਹਦੇ ਵਿੱਚ ਕੀ ਹੈ ਬਹੁਤ ਇਨਫੀਰੀਅਰ ਲੈਂਡ ਹੈ, ਇਹਨੂੰ ਕੋਈ ਵੀ ਲੈਣਾ ਪਸੰਦ ਨਹੀਂ ਕਰੇਗਾ। ਲੇਕਿਨ ਜਿਹੜੀ ਹੈ ਏ ਦਾ ਰੈਂਟ ਬੀ ਦੇ ਨਾਲੋਂ, ਬੀ ਦਾ ਰੈਂਟ ਸੀ ਦੇ ਨਾਲੋਂ ਐਂਡ ਸੀ ਦਾ ਰੈਂਟ ਡੀ ਦੇ ਨਾਲੋਂ ਜ਼ਿਆਦਾ ਹੋਏਗਾ ਕਿਉਂਕਿ ਇਹ ਕੀ ਨੇ ਫਰਟੀਲਿਟੀ ਤੇ ਇਹਨਾਂ ਦਾ ਜਿਹੜਾ ਰੈਂਟ ਹੈ ਡਿਪੈਂਡ ਕਰਦਾ ਹੈ। ਤਾਂ ਜੋ ਇਹਨਾਂ ਦੇ ਵਿੱਚ ਐਕਸਟਰਾ ਪ੍ਰੋਡਕਸ਼ਨ ਹੋਏਗੀ ਉਹਦੇ ਇਕੁਅਲ ਜਿਹੜਾ ਰੈਂਟ ਹੈ ਇਹਨਾਂ ਨੂੰ ਲੈਣ ਦੇ ਲਈ ਕੀ ਕੀਤਾ ਜਾਏਗਾ, ਪੇ ਕੀਤਾ ਜਾਏਗਾ। ਤਾਂ ਇਹ ਸਰਪਲਸ ਕੀ ਆਪਣਾ ਰੈਂਟ ਨੂੰ ਹੈ ਜਿਹੜਾ ਅਰਾਈਜ਼ ਕਰਦਾ ਹੈ ਜੋ ਲੈਂਡ ਦੇ ਥਰੂ ਹੁੰਦਾ ਹੈ। ਤਾਂ ਆਪਾਂ ਦੇਖ ਸਕਦੇ ਹਾਂ ਡਾਇਗਰਾਮ ਦੇ ਵਿੱਚ ਐਕਸਟੈਂਸਿਵ ਕਲਟੀਵੇਸ਼ਨ ਦੀ ਡਿਫਰੈਂਟ ਗ੍ਰੇਡਸ ਆਫ ਲੈਂਡ ਦਿੱਤੀ ਹੋਈਆਂ ਨੇ ਜਿਹੜੇ ਕਿ ਐਕਸ ਐਕਸਿਸ ਤੇ ਦਿਖਾਈ ਹੋਈਆਂ ਨੇ A B C and D। ਠੀਕ ਹੈ, ਰੈਂਟ ਆਫ ਥੀਸ ਲੈਂਡ ਹੈਜ਼ ਬੀਨ determined by the grades of determined by the different in their fertility। ਕਹਿੰਦੇ ਰੈਂਟ ਅਰਾਈਜ਼ ਹੁੰਦਾ ਕਿਉਂਕਿ ਇਹਦੀ ਫਰਟੀਲਿਟੀ ਜਿਹੜੀ ਪਰ ਯੀਲਡ ਹੋ ਗਈ ਹੈ ਡਿਫਰੈਂਟ ਹੈ। ਪ੍ਰੋਡਕਸ਼ਨ ਆਫ A ਗ੍ਰੇਡ ਲੈਂਡ ਹੈ ਜਿਹੜੀ वो कितनी प्रोडक्शन कर रही है, कितने क्वांटल्स वीट प्रोड्यूस कर रही है 10 एंड बी ग्रेड लैंड 8 क्वांटल एंड सी ग्रेड लैंड 6 क्वांटल प्रोडक्शन कर रही है एंड 4 ਜਿਹੜੀ ਗ੍ਰੇਡ ਲੈਂਡ ਹੈ ਡੀ ਗ੍ਰੇਡ ਲੈਂਡ ਉਹ ਕਿੰਨੀ 4 ਪ੍ਰੋਡਕਸ਼ਨ ਕਰ ਰਹੀ ਹੈ। ਤਾਂ ਇਹਦੇ ਵਿੱਚ ਕੀ ਆ ਕਹਿੰਦੇ ਆਪਣਾ ਜੋ ਹੈ ਡੀ ਗ੍ਰੇਡ ਇਹ ਇਹਨਾਂ ਦੇ ਵਿੱਚ ਜੋ ਹੈ डी ग्रेड लैंड इज मोस्ट इंफीरियर सो इट इज कॉल्ड लो रेंट लैंड। कहते डी ग्रेड लैंड इंफीरियर लैंड है तो कोई भी रेंट राइज नहीं होएगा। लेकिन जी ए बी सी लैंड है तो इन्हें रेंट राइज होएगा क्योंकि 4 इज अ मिनिमम जो है अपनी प्रोडक्शन डी दे हो रही है। डी दे नालों ज़्यादा प्रोडक्शन कितनी हो रही है 6 8 एंड 10 ए बी एंड सी ग्रेड लैंड के थ्रू। तो इतने तुम देख सकते हो कि जो सरप्लस है ये ए दे विच कहते 10 क्वांटल प्रोडक्शन मीनस 10 माइनस 4 इज इक्वल टू 6 क्वांटल सरप्लस है एंड बी दे विच 4 क्वांटल एंड सी दे विच 2 क्वांटल सरप्लस है। तो जो शेडेड एरिया है 4 तो ऊपर डी ग्रेड क्योंकि 4 क्वांटल प्रोडक्शन कर रही है तो 4 तो ऊपर जिन्नियां 3 लैंड्स ने प्रोडक्शन कर रही है दैट इज अ सरप्लस जेड़ा रीजन है इन्हां दी रेंट अराइज होंदा। तो जिन्ना सरप्लस होएगा उन्ना की होएगा रेंट होएगा। Next is the determination of rent under extensive cultivation is also explained with the help of cost curves। ਤਾਂ cost curve ਦੇ ਥਰੂ ਵੀ ਦਿਖਾਇਆ ਹੋਇਆ ਹੈ ਕਿ ਕਿਸ ਤਰ੍ਹਾਂ ਜਿਹੜਾ ਰੈਂਟ ਹੈ ਉਹ ਰਾਈਜ਼ ਹੁੰਦਾ ਹੈ, ਕਿਸ ਤਰ੍ਹਾਂ ਆਪਾਂ ਨੂੰ ਸਰਪਲਸ ਦੇ ਇਕੁਅਲ ਜਿਹੜਾ ਰੈਂਟ ਹੈ ਉਹ ਕੀ ਕਰਨਾ ਪੈਂਦਾ ਹੈ, ਦੇਣਾ ਪੈਂਦਾ ਹੈ। ਤੁਹਾਨੂੰ cost ਤਾਂ ਪਤਾ ਹੀ ਹੈ, cost ਦਾ ਮਤਲਬ ਹੈ ਜੋ ਆਪਣੀ ਪ੍ਰੋਡਕਸ਼ਨ ਤੇ cost ਆ ਰਹੀ ਹੈ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆਪਣੀਆਂ ਜਿਹੜੀਆਂ 3 ਗ੍ਰੇਡ ਆਫ ਲੈਂਡ ਨੇ A B C एंड D 4 भी तुसी कह सकते हो लेकिन इतने A B एंड C नहीं लीती हुई क्योंकि C ते भी जो है अपना A B विच ग्रेड विच प्रॉफिट है ਉਹਦੇ ਨਾਲੋਂ C ਦੇ ਵਿੱਚ ਥੋੜਾ ਜਿਹਾ ਘੱਟ ਹੋਣਾ ਸੀ ਤਾਂ D ग्रेड लैंड शो ਕੀਤੀ ਹੋਈ ਆ। ਤਾਂ ਇੱਥੇ 3 ਗ੍ਰੇਡਸ ਆਫ ਲੈਂਡ ਨੇ A B ਐਂਡ D ग्रेड। ਤਾਂ ਮਾਰਕੀਟ ਜਿਹੜੀ ਹੈ ਡਿਮਾਂਡ ਕਰਵ ਤੇ ਸਪਲਾਈ ਕਰਵ ਦਿਖਾਈ ਹੋਈ ਹੈ ਲੈਂਡ ਦੀ ਸਾਨੂੰ। ਕਹਿੰਦੇ ਮਾਰਕੀਟ ਦੇ ਵਿੱਚ ਜਿੱਥੇ ਵੀ ਡਿਮਾਂਡ ਐਂਡ ਸਪਲਾਈ ਆਪਣੀ ਇਕੁਅਲ ਹੋਏਗੀ डिमांड एंड सप्लाई कब एक दूसरे को कट करनगे उत्थे की होएगा इक्विलिब्रियम दे पोजीशन होएगी। ਤਾਂ ਤੁਸੀਂ ਦੇਖ ਸਕਦੇ ਹੋ ਕਿ ਮਾਰਕੀਟ ਦੇ ਵਿੱਚ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਕਿੱਥੇ ਹੈ ਜਿੱਥੇ dt ਇਜ਼ ਦਾ ਡਿਮਾਂਡ ਕਰਵ ਐਂਡ ss ਇਜ਼ ਦਾ ਸਪਲਾਈ ਕਰਵ ਇੱਕ ਦੂਸਰੇ ਨੂੰ ਕੱਟ ਰਹੇ ਨੇ। ਤਾਂ e ਪੁਆਇੰਟ ਹੈ, e ਪੁਆਇੰਟ ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ op ਆਊਟਪੁੱਟ ਆਪਣੀ op ਪ੍ਰਾइस मींस कॉस्ट ਤੇ ol ਹੈ ਜੋ ਆਪਣਾ ਆਊਟਪੁੱਟ ਦਿਖਾਈ ਹੋਈ ਹੈ। ਤੇ ਉਸ ਤੋਂ ਬਾਅਦ A ਗ੍ਰੇਡ ਲੈਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਹਿੰਦੇ ਇੱਥੇ ਕੀ ਹੈ ਮੋਸਟ ਫਰਟਾਈਲ ਲੈਂਡ ਹੈ B ਦੇ ਨਾਲੋਂ, ਠੀਕ ਹੈ, ਤੇ B D ਦੇ ਨਾਲੋਂ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ A ਗ੍ਰੇਡ ਲੈਂਡ ਦੇ ਵਿੱਚ ਜੋ ਆਪਣੀ OX ਤੇ ਆਊਟਪੁੱਟ ਐਂਡ OY ਤੇ ਰੈਵਨਿਊ ਐਂਡ ਕਾਸਟ ਦਿਖਾਈ ਹੋਈ ਹੈ। ਜੋ ਕਹਿੰਦੇ ਰੈਵਨਿਊ ਮੀਨਸ ਪ੍ਰਾਈਸ ਫਿਕਸ ਹੋਇਆ ਹੈ, OP ਹੋਇਆ ਮਾਰਕੀਟ ਦੇ ਵਿੱਚ। ਤਾਂ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ A ਗ੍ਰੇਡ ਦੀ ਲੈਂਡ ਦੇ ਵਿੱਚ ਜਿਹੜੀ ਆਪਣੀ MC ਕਰਵ ਹੈ ਦਿਸ ਇਜ਼ ਦਾ ਮਾਰਜਨਲ ਕਾਸਟ ਕਰਵ ਐਂਡ AC ਇਜ਼ ਦਾ ਐਵਰੇਜ ਕਾਸਟ ਕਰਵ। ਤਾਂ AC ਐਵਰੇਜ ਕਾਸਟ ਕਰਵ ਨੂੰ ਮਾਰਜਨਲ ਕਾਸਟ ਕਰਵ ਮਿਡ ਪੁਆਇੰਟ ਤੋਂ ਕੱਟ ਕਰ ਰਹੀ ਹੈ। ਤਾਂ ਉੱਪਰ ਜਿਹੜੀ OP ਹੈ ਦਿਸ ਇਜ਼ ਦਾ ਐਵਰੇਜ ਰੈਵਨਿਊ ਕਰਵ ਜਿਹਨੂੰ ਆਪਾਂ OP ਆਪਣੇ ਪ੍ਰਾਈਸ ਹੈ ਮਿਸ ਰੈਵਨਿਊ ਹੈ ਐਂਡ ਜਿਹੜੀ ਕਾਸਟ ਹੈ AC, ਠੀਕ ਹੈ, ਉਹ MC AC ਨੂੰ ਮਿਨੀਮਮ ਪੁਆਇੰਟ ਤੇ ਕੱਟ ਕਰੀਏ ਤਾਂ ਜਿਹੜੀ ਕਾਸਟ ਹੈ OM ਆਊਟਪੁੱਟ ਦੀ A ਗ੍ਰੇਡ ਲੈਂਡ ਦੇ ਵਿੱਚ ਉਹ ਕਿੰਨੀ ਹੈ OB ਹੈ। OB ਕਾਸਟ ਹੈ ਐਂਡ ਰੈਵਨਿਊ ਕਿੰਨਾ ਹੋ ਰਿਹਾ ਹੈ OM ਨੂੰ ਸੇਲ ਕਰਕੇ OP ਹੋ ਰਿਹਾ ਹੈ। ਤਾਂ OP ਰੈਵਨਿਊ ਦੇ ਵਿੱਚੋਂ OB ਆਪਾਂ ਜਿਹੜੀ ਕਾਸਟ ਹੈ ਮਾਈਨਸ ਕਰਾਂਗੇ ਆਪਣੇ ਕੋਲ ਕਿੰਨਾ ਬਚ ਜਾਏਗਾ OP ਬਚ ਜਾਏਗਾ। ਜਾਂ ਤੁਸੀਂ ਇਹ ਕਹਿ ਰਹੇ ਹੋ ਕਿ A ਗ੍ਰੇਡ ਲੈਂਡ ਦੇ ਵਿੱਚ ਜੋ OM ਦੀ ਪ੍ਰੋਡਕਸ਼ਨ ਹੈ ਉਹਦੀ ਜਿਹੜੀ ਕਾਸਟ ਹੈ ਕਿੰਨੀ ਆ ਰਹੀ ਹੈ OBCM ਆ ਰਹੀ ਹੈ ਲੇਕਿਨ ਰੈਵਨਿਊ ਕਿੰਨਾ ਹੋ ਰਿਹਾ ਹੈ OPAM ਹੋ ਰਿਹਾ ਹੈ। OPAM ਦੇ ਵਿੱਚੋਂ OBCM ਜਿਹੜੀ ਕਾਸਟ ਹੈ ਮਾਈਨਸ ਕਰਾਂਗੇ ਤਾਂ ਆਪਣੇ ਕੋਲ ਜੋ ਸ਼ੇਡਡ ਏਰੀਆ ਰਹਿ ਜਾਏਗਾ ਦਿਸ ਇਜ਼ ਦਾ ਸੁਪਰ ਨਾਰਮਲ ਪ੍ਰੋਫਿਟ। ਸੁਪਰ ਨਾਰਮਲ ਪ੍ਰੋਫਿਟ ਹੋ ਰਿਹਾ ਹੈ A ਗ੍ਰੇਡ ਲੈਂਡ ਦੇ ਵਿੱਚ ਕਿਉਂਕਿ ਇਹਦੇ ਵਿੱਚ ਸਰਪਲਸ ਜ਼ਿਆਦਾ ਹੈ, ਰੈਵਨਿਊ ਜ਼ਿਆਦਾ ਹੈ ਤਾਂ ਰੈਂਟ ਆਪਣਾ ਕਿੰਨਾ ਰਾਈਜ਼ ਹੋਏਗਾ
PACB ਐਂਡ ਉਸ ਤੋਂ ਬਾਅਦ B ਗ੍ਰੇਡ ਲੈਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ B ਗ੍ਰੇਡ ਲੈਂਡ A ਗ੍ਰੇਡ ਲੈਂਡ ਦੇ ਨਾਲੋਂ ਲੈਸ ਫਰਟਾਈਲ ਹੈ ਤਾਂ ਇਹਦੇ ਵਿੱਚ ਕਾਸਟ ਥੋੜੀ ਜਿਹੀ ਜ਼ਿਆਦਾ ਹੈਗੀ ਠੀਕ ਹੈ ਤਾਂ OM ਤੁਸੀਂ AC ਐਵਰੇਜ ਕਾਸਟ ਕਰਵ MC ਮਾਰਜਨਲ ਕਾਸਟ ਕਰਵ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਕਾਸਟ ਆ ਰਹੀ ਹੈ ON ਪ੍ਰੋਡਕਸ਼ਨ ਹੋ ਰਹੀ ਹੈ ਤੇ OP ਪ੍ਰਾਈਸ ਫਿਕਸ ਕੀਤਾ ਗਿਆ ਹੈ ਤਾਂ ਜਿਹੜੀ ON ਪ੍ਰੋਡਕਸ਼ਨ ਦੀ ਕਾਸਟ ਹੈ ਦੈਟ ਇਜ਼ ਦਾ OTSN ਇਜ਼ ਦਾ ਕਾਸਟ ਆਫ ਪ੍ਰੋਡਕਸ਼ਨ ਐਂਡ OPRN ਇਜ਼ ਦਾ ਰੈਵਨਿਊ ਆਫ ਪ੍ਰੋਡਕਸ਼ਨ ਠੀਕ ਹੈ ਪ੍ਰਾਈਸ ਤਾਂ ਆਪਾਂ ਦੇਖ ਸਕਦੇ ਹਾਂ OPRN ਦੇ ਵਿੱਚ ਜਦੋਂ ਆਪਾਂ OTSN ਮਾਈਨਸ ਕਰਾਂਗੇ ਆਪਣੇ ਕੋਲ ਜੋ ਬਚ ਜਾਏਗਾ PRST ਦਿਸ ਇਜ਼ ਦਾ ਸੁਪਰ ਨਾਰਮਲ ਪ੍ਰੋਫਿਟ ਲੇਕਿਨ ਇਹ ਜਿਹੜਾ ਸ਼ੇਡਡ ਏਰੀਆ ਹੈ ਇਹ ਇਹਦੇ ਨਾਲੋਂ ਘੱਟ ਹੈ ਤਾਂ ਇੱਥੇ ਜਿਹੜੀ ਪ੍ਰੋਡਕਸ਼ਨ ਹੈ ਵੀ ਸੁਪਰ ਨਾਰਮਲ ਪ੍ਰੋਫਿਟ ਹੈ ਸਰਪਲਸ ਹੈ ਉਹ ਇਹਦੇ ਨਾਲੋਂ ਕੀ ਹੋ ਰਿਹਾ ਹੈ ਘੱਟ ਹੋ ਰਿਹਾ ਤਾਂ D ਇਹਦੇ ਵਿੱਚ ਰੈਂਟ ਕਿੰਨਾ ਹੋਏਗਾ PRST ਹੋਏਗਾ ਮੀਨਸ ਇਹਦੇ ਨਾਲੋਂ ਘੱਟ ਹੋਏਗਾ ਐਂਡ D ਗ੍ਰੇਡ ਲੈਂਡ ਦੇ ਵਿੱਚ ਆਪਣੇ ਦੇਖਿਆ ਸੀ ਕਿ ਨੋ ਰੈਂਟ ਅਰਾਈਜ਼ ਕਿਉਂਕਿ ਜਿੰਨੀ ਕਾਸਟ ਹੈ ਉਨਾ ਕੀ ਹੈ ਰੈਵਨਿਊ ਮੀਨਸ ਜਿੰਨੀ ਪ੍ਰੋਡਕਸ਼ਨ ਹੈ ਉਨੀ ਹੀ ਸਾਡੀ ਕਾਸਟ ਹੈ ਤਾਂ ਦੈਟ ਇਜ਼ ਵਾਈ ਤੁਸੀਂ D ਗ੍ਰੇਡ ਲੈਂਡ ਦੇ ਵਿੱਚ ਦੇਖ ਸਕਦੇ ਹੋ ਨੋ ਰੈਂਟ ਇਹਦੇ ਵਿੱਚ ਕੋਈ ਵੀ ਰੈਂਟ ਨਹੀਂਗਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਐਵਰੇਜ ਕਾਸਟ ਕਰਵ ਇਜ਼ ਦਾ AC ਐਂਡ ਮਾਰਜਨਲ ਕਾਸਟ ਕਰਵ ਇਜ਼ ਦਾ MC ਜੋ B ਪੁਆਇੰਟ ਤੇ AC ਨੂੰ ਕੱਟ ਕਰ ਰਹੀ ਹੈ ਠੀਕ ਹੈ ਤੇ ਉਹ ਕੀ ਜਿਹੜੀ OQ ਹੈ ਆਪਣੀ ਉਹ ਆਊਟਪੁੱਟ ਹੈ ਤੇ OP ਪ੍ਰਾਈਸ ਫਿਕਸ ਹੋਇਆ ਹੈ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ OP ਹੀ ਆਪਣਾ ਰੈਵਨਿਊ ਹੈ OPBQ ਐਂਡ OPBQ ਆਪਣੀ ਕੀ ਹੈ ਕਾਸਟ ਹੈ ਤਾਂ ਇੱਥੇ OP ਮਾਈਨਸ OP ਇਜ਼ ਇਕੁਅਲ ਟੂ 0 ਤਾਂ ਜਿਹੜੀ ਰੈਂਟ ਹੈ ਉਹ ਆਪਣੀ 0 ਹੈ ਸਰਪਲਸ ਹੈ ਜਿਹੜਾ ਇੱਥੇ 0 ਹੈ ਤੇ ਸਿਰਫ ਕੀ ਹੋ ਰਿਹਾ ਫਰਮ ਨੂੰ ਨਾਰਮਲ ਪ੍ਰੋਫਿਟ ਹੋ ਰਿਹਾ ਹੈ ਤਾਂ ਇਸ ਤਰ੍ਹਾਂ ਕੀ ਹੈ ਰਿਕਾਰਡ ਦੇ ਅਕੋਰਡਿੰਗ ਜਿਹੜਾ ਰੈਂਟ ਹੈ ਉਹ ਰਾਈਜ਼ ਹੁੰਦਾ ਹੈ ਮੋਰ ਫਰਟਾਈਲ ਦਾ ਜ਼ਿਆਦਾ ਰੈਂਟ क्योंकि प्रोडक्शन ज्यादा प्रॉफिट ज्यादा एंड बी द लेस एंड डी द नो रेंट ठीक है ਤਾਂ ਰੈਂਟ ਕੀ ਹੁੰਦਾ ਹੈ ਐਵਰੇਜ ਰੈਵਨਿਊ ਮਾਈਨਸ ਐਵਰੇਜ ਕਾਸਟ ਜੋ ਇਸ ਦੇ ਵਿੱਚ ਆਪਾਂ ਨੇ ਦੇਖਿਆ ਕਿ ਰੈਵਨਿਊ ਦੇ ਵਿੱਚ ਜਦੋਂ ਆਪਾਂ ਕਾਸਟ ਕੱਢਦੇ ਹਾਂ ਜੋ ਆਪਣੇ ਕੋਲ ਸਰਪਲਸ ਵੱਧਦਾ ਦੈਟ ਇਜ਼ ਕਾਲਡ ਰੈਂਟ ਦਿਸ ਇਜ਼ ਦਾ ਰਿਕਾਰਡੀਅਨ ਥਿਊਰੀ ਠੀਕ ਹੈ ਦੇ ਵਿੱਚ ਐਕਸਟੈਂਸਿਵ ਜਿਹੜੀ ਹੈ ਆਪਣੀ ਕਲਟੀਵੇਸ਼ਨ ਦੇ ਥਰੂ ਰੈਂਟ ਕਿਵੇਂ ਹੁੰਦਾ ਹੈ ਹੁਣ ਅੱਗੇ ਹੈਗਾ ਰੈਂਟ ਇਨ ਇੰਟੈਂਸਿਵ ਕਲਟੀਵੇਸ਼ਨ ਕਹਿੰਦੇ ਰਿਕਾਰਡੋ ਨੇ ਦੱਸਿਆ ਹੈ ਕਿ ਇੰਟੈਂਸਿਵ ਕਲਟੀਵੇਸ਼ਨਸ ਵੀ ਰੀਜ਼ਨ ਹੈ ਰੈਂਟ ਦੇ ਅਰਾਈਜ਼ ਹੋਣ ਦਾ ਕਿ ਵਾਟ ਇਜ਼ ਇੰਟੈਂਸਿਵ ਕਲਟੀਵੇਸ਼ਨ ਕੀ ਹੁੰਦੀ ਆ ਕਹਿੰਦੇ ਇੰਟੈਂਸਿਵ ਜਿਹੜਾ ਹੈ ਆਪਣਾ ਇੰਟੈਂਸਿਵ ਕਲਟੀਵੇਸ਼ਨ ਰੈਫਰਸ ਟੂ ਦੈਟ ਕਲਟੀਵੇਸ਼ਨ ਇੰਟੈਂਸਿਵ ਕਲਟੀਵੇਸ਼ਨ ਉਹ ਕਲਟੀਵੇਸ਼ਨ ਹੁੰਦੀ ਆ wherein to increase in production more and more units of labor and capital are employed on a given piece of land under intensive cultivation additional unit of labor and capital lead to increase in production at diminishing rate because of operate the law of diminishing returns ਕਹਿੰਦੇ ਇੰਟੈਂਸਿਵ ਕਲਟੀਵੇਸ਼ਨ ਦੇ ਵਿੱਚ ਹੁੰਦਾ ਹੈ ਕਿ ਆਪਾਂ ਇੰਟੈਂਸਿਵ ਜ਼ਿਆਦਾ ਤੋਂ ਜ਼ਿਆਦਾ ਵਰਤ ਕੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ ਤਾਂ ਇੰਟੈਂਸਿਵ ਕਿਹੜੇ ਹੁੰਦੇ ਨੇ ਕੈਪੀਟਲ ਐਂਡ ਲੇਬਰ ਜਦੋਂ ਆਪਾਂ ਲੈਂਡ ਤੇ ਕਹਿੰਦੇ ਲੇਬਰ ਤੇ ਆਪਣੀ ਕੈਪੀਟਲ ਨੂੰ ਜ਼ਿਆਦਾ ਯੂਜ਼ ਕਰਾਂਗੇ ਮੀਨਸ ਟੈਕਨੀਕਸ ਲੈ ਕੇ ਆਵਾਂਗੇ ਮਸ਼ੀਨਰੀ ਯੂਜ਼ ਕਰਾਂਗੇ ਤਾਂ ਆਪਣੀ ਜਿਹੜੀ ਹੈ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਹੈ ਮੀਨਸ ਆਪਾਂ ਨੂੰ ਸਰਪਲਸ ਹੁੰਦਾ ਹੈ ਤਾਂ ਜਿੰਨਾ ਸਰਪਲਸ ਹੁੰਦਾ ਦੈਟ ਇਜ਼ ਰੈਂਟ ਤਾਂ ਉਹ ਕੀ ਹੁੰਦਾ ਹੈ ਰੈਂਟ ਹੁੰਦਾ ਪਰ ਕਹਿੰਦੇ ਜਿਹੜਾ ਸਰਪਲਸ ਹੁੰਦਾ ਜਦੋਂ ਆਪਾਂ ਇੰਟੈਂਸਿਵ ਕਲਟੀਵੇਸ਼ਨ ਕਰਦੇ ਹਾਂ ਇੰਟੈਂਸਿਵ ਯੂਜ਼ ਕਰਦੇ ਆ ਆ ਫਿਕਸਡ ਲੈਂਡ ਤੇ ਤਦ ਕੀ ਹੁੰਦਾ ਪਹਿਲਾਂ ਤਾਂ ਆਪਣੇ ਜਿਹੜੇ ਇੰਟੈਂਸਿਵਸ ਨੇ ਉਹ ਜ਼ਿਆਦਾ ਹੋਣਗੇ ਮੀਨਸ ਰਿਟਰਨ ਜ਼ਿਆਦਾ ਮਿਲਣਗੇ ਪ੍ਰੋਡਕਸ਼ਨ ਜ਼ਿਆਦਾ ਹੋਏਗੀ ਬਟ ਇੱਕ ਪੁਆਇੰਟ ਤੇ ਆ ਕੇ ਜਿਹੜੀ ਆਪਣੀ ਪ੍ਰੋਡਕਸ਼ਨ ਹੁੰਦੀ ਆ ਰਿਟਰਨਸ ਹੁੰਦੇ ਨੇ ਆਊਟਪੁੱਟ ਹੁੰਦਾ ਉਹ ਡਿਮਿਨਿਸ਼ਿੰਗ ਹੋਣ ਲੱਗਦੀ ਹੈ ਜਦੋਂ ਆਪਾਂ ਫਿਕਸ ਫੈਕਟਰਸ ਤੇ ਲੇਬਰ ਦਾ ਜ਼ਿਆਦਾ ਯੂਜ਼ ਕਰਦੇ ਆ ਇੰਟੈਂਸਿਵਸ ਦਾ ਜ਼ਿਆਦਾ ਯੂਜ਼ ਕਰਦੇ ਤਾਂ ਲਾ ਆਫ ਕੀ ਹੈ ਡਿਮਿਨਿਸ਼ਿੰਗ ਰਿਟਰਨਸ ਨੇ ਜਿਹੜੇ ਉਹ ਕੀ ਹੁੰਦੇ ਨੇ ਅਪਲਾਈ ਹੁੰਦੇ ਨੇ ਕਹਿੰਦੇ ਦਸ ਡੋਜ਼ ਆਫ ਲੇਬਰ ਐਂਡ ਕੈਪੀਟਲ ਇਜ਼ ਕਾਲਡ ਮਾਰਜਨਲ ਡੋਜ਼ ਐਟ ਵਿਚ ਮਾਰਜਨਲ ਕਾਸਟ ਇਕੁਅਲ ਟੂ ਮਾਰਜਨਲ ਆਊਟਪੁੱਟ ਕਹਿੰਦੇ ਫਰਸਟਲੀ ਤਾਂ ਕਹਿੰਦੇ ਇਹ ਆਊਟਪੁੱਟ ਇਨਕਰੀਜ਼ ਹੋਏਗੀ ਬਾਅਦ ਦੇ ਵਿੱਚ ਕੀ ਕਾਂਸਟੈਂਟ ਹੋ ਜਾਏਗੀ ਫਿਰ ਕੀ ਡਿਮਿਨਿਸ਼ਿੰਗ ਹੋ ਜਾਏਗੀ ਜਿਵੇਂ ਕਿ ਤੁਸੀਂ ਇੱਥੇ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਇੰਟੈਂਸਿਵ ਕਲਟੀਵੇਸ਼ਨ ਦੇ ਵਿੱਚ ਇੱਥੇ ਆਪਣੇ ਹੈ dose of labor and capital are shown on the x-axis and ਜਿਹੜੀ ਪ੍ਰੋਡਕਸ਼ਨ ਉਹਨੂੰ y-axis ਤੇ ਸ਼ੋ ਕੀਤਾ ਹੈ ਪ੍ਰੋਡਕਸ਼ਨ obtained from the first second and third fourth dose of labor ਕਹਿੰਦੇ ਜਿਹੜੀ ਹੈ ਲੇਬਰ ਤੇ ਕੈਪੀਟਲ ਦੀ ਡੋਜ਼ ਆਪਾਂ ਵਧਾ ਰਹੇ ਹਾਂ 1 by 1 ਫਰਸਟ ਸੈਕੰਡ ਥਰਡ ਐਂਡ ਫੋਰਥ ਐਂਡ ਦੂਸਰੀ ਸਾਈਡ ਪ੍ਰੋਡਕਸ਼ਨ ਹੈ ਜਦੋਂ ਕਹਿੰਦੇ ਫਰਸਟ ਡੋਜ਼ ਆਫ ਲੇਬਰ ਤੇ ਕੈਪੀਟਲ ਆਪਾਂ ਯੂਜ਼ ਕਰਦੇ ਸੀ ਤਾਂ ਆਪਣੀ ਪ੍ਰੋਡਕਸ਼ਨ ਕਿੰਨੀ ਹੁੰਦੀ ਸੀ 8 ਹੁੰਦੀ ਸੀ ਲੇਕਿਨ ਬਾਅਦ ਦੇ ਵਿੱਚ ਆਪਾਂ ਨੇ ਲੇਬਰ ਤੇ ਕੈਪੀਟਲ ਇੰਟੈਂਸਿਵ ਯੂਜ਼ ਕੀਤੇ ਲੈਂਡ ਤੇ ਤਾਂ ਆਪਣਾ ਸੈਕੰਡ ਲੇਬਰ ਐਂਡ ਕੈਪੀਟਲ ਯੂਜ਼ ਕੀਤੀ ਤਾਂ ਜਿਹੜੇ ਆਪਣੀ ਪ੍ਰੋਡਕਸ਼ਨ ਉਹ ਕੱਟ ਕੇ 6 ਰਹਿ ਗਈ ਐਂਡ ਉਸ ਤੋਂ ਬਾਅਦ ਥਰਡ ਲੇਬਰ ਐਂਡ ਕੈਪੀਟਲ ਯੂਜ਼ ਕੀਤੀ ਪ੍ਰੋਡਕਸ਼ਨ ਕੱਟ ਕੇ 4th ਰਹਿ ਗਈ ਐਂਡ ਫੋਰਥ ਲੇਬਰ ਕੈਪੀਟਲ ਯੂਜ਼ ਕੀਤੀ ਤਾਂ 2 ਰਹਿ ਗਈ ਤਾਂ ਇੱਥੇ ਕੀ ਜਿਵੇਂ ਜਿਵੇਂ ਕਹਿੰਦੇ ਆਪਾਂ ਇੰਟੈਂਸਿਵ ਲੇਬਰ ਐਂਡ ਕੈਪੀਟਲ ਜ਼ਿਆਦਾ ਯੂਜ਼ ਕਰਾਂਗੇ ਆਪਣੀ ਪ੍ਰੋਡਕਸ਼ਨ ਪੋਜ਼ਿਟਿਵ ਹੋਏਗੀ ਲੇਕਿਨ ਡਿਕਰੀਜ਼ ਹੁੰਦੀ ਜਾਏਗੀ ਡਿਮਿਨਿਸ਼ਿੰਗ ਹੁੰਦੀ ਜਾਏਗੀ ਤਾਂ ਆਪਣੀ ਜਿਹੜੀ ਹੈ ਆਪਾਂ ਦੇਖ ਸਕਦੇ ਹਾਂ ਕਿ ਸ਼ੇਡਡ ਏਰੀਆ ਜਿਹੜਾ 4th ਡਸ ਵੀ ਮਾਰਜਨਲ ਡਸ ਵਿਲ ਨੋ ਰੈਂਟ ਅਰਾਈਵ
क्योंकि जिन्नी मार्जिनल कॉस्ट है, जब आप फोर्थ डोज ऑफ लेबर एंड कैपिटल यूज करते हैं उत्थे जिहड़ी मार्जिनल कॉस्ट है वो मार्जिनल ਰੈਵਨਿਊ ਤੇ ਕੀ ਆ ਇਕੁਅਲ ਹੈ। ਤਾਂ ਇਸ ਤੋਂ ਬਾਅਦ ਆਪਾਂ ਹੋਰ ਡੋਜ਼ ਇਨਕਰੀਜ਼ ਨਹੀਂ ਕਰਾਂਗੇ ਕਿਉਂਕਿ MC MR ਹੈ ਤੇ ਆਪਾਂ ਸਿਰਫ फोर्थ डोज तक इंक्रीज करेंगे। फोर्थ डोज तक जी अपनी प्रोडक्शन है 2 है तो इस तो ऊपर जो अपना शेडेड एरिया है वो कि अपना सरप्लस है। सरप्लस मीनस रेंट, ये है जो रेंट अपन पे करना पैंता है। एंड उस तो बाद कहते कि रेंट अंडर इंटेंसिव कल्टीवेशन कैन भी आप होर एक्सप्लेन कर लें। कहते जो आप ये सानू दिखा रहे हैं कि जिमें जिमें आप नंबर ऑफ लेबर ते कैपिटल इंक्रीज करते जाते हैं तो अपना मार्जिनल रेवन्यू प्रोडक्टिविटी एवरेज रेवन्यू प्रोडक्टिविटी की होती जाती है, अपनी डिक्रीज होती जाती है। तो तुम सैकेंड डायग्राम के देख सकते हो यूनिट्स ऑफ लेबर एंड कैपिटल दिखाए हुए उन्होंने एक्स एक्सिस से कोस्ट एंड प्रोडक्टिविटी जी वाई एक्सिस से दिखाई हुई है। डबल जी लाइन है और रिप्रजेंट करती है कॉस्ट ऑफ लेबर एंड कैपिटल अंडर परफेक्ट कॉम्पीटिशन। परफेक्ट कॉम्पीटिशन के ओ डबल कॉस्ट ਤੇ ਵੇਜਿਸ ਫਿਕਸ ਕੀਤੀ ਗਈ ਆ। ਕਹਿੰਦੇ ਇਨੀਸ਼ੀਅਲੀ ਜਿਹੜੀ ARP ਹੈ ਇਜ਼ ਦਾ ਐਵਰੇਜ ਰੈਵਨਿਊ ਪ੍ਰੋਡਕਟਿਵਿਟੀ ਐਂਡ MRP1 ਇਜ਼ ਦਾ ਮਾਰਜਨਲ ਰੈਵਨਿਊ ਪ੍ਰੋਡਕਟਿਵਿਟੀ। ਦੋਨੇ ਕੀ ਨੇ ਇਕੁਅਲ ਨੇ, E ਪੁਆਇੰਟ ਤੇ E ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਜਿਹੜੀ ਹੈ OM ਲੇਬਰ ਐਂਡ ਕੈਪੀਟਲ ਯੂਜ਼ ਕੀਤੀ ਜਾ ਰਹੀ ਹੈ। ਠੀਕ ਹੈ ਐਂਡ ਪ੍ਰੋਡਕਸ਼ਨ OM ਹੋ ਰਹੀ ਹੈ। ਉਸ ਤੋਂ ਬਾਅਦ ਜਦੋਂ ਆਪਾਂ ਲੇਬਰ ਤੇ ਕੈਪੀਟਲ ਨੂੰ ਇਨਕਰੀਜ਼ ਕਰਦੇ ਹਾਂ ਤਾਂ ਆਪਣੀ ਜਿਹੜੀ ਐਵਰੇਜ ਰੈਵਨਿਊ ਕਰਵ ਹੈ ਤੇ ਮਾਰਜਨਲ ਰੈਵਨਿਊ ਕਰਵ ਹੈ अपनी जी मार्जिनल रैवन्यू प्रोडक्टिविटी कर्व है वो ऊपर चले जाती है। ठीक है लेबर एंड कैपिटल यूज करने के नाल तो MRP इंक्रीज होकर ऊपर शिफ्ट होगी, न्यू MRP बनी जो अपने वेजिस लाइन नू किया E1 पॉइंट ते कट कर रही है। तो E1 पॉइंट इज अ न्यू इक्विलिब्रियम पॉइंट। तो सानू शो कर रहा है कि पहला जड़ियाँ अपना अपनी कॉस्ट सी वो डबल जू तो हुण उस तो ऊपर जो रैवन्यू अपन मिल रहा है वो R रैवन्यू मिल रहा है। तो मतलब जो RE1 डबल जो जी है साड़ी प्रोडक्शन ज़्यादा हो रही है लेबर ते कैपिटल यूज करने के नालों। तो जी साड़ी कॉस्ट है वो साड़ी ओ डबल जू E1 N आ रही है लेकिन साड़ा रैवन्यू OR E1 N आ रहा। तो OR E1 N के विचों O डबल जू E1 N माइनस करांगे R डबल जू E1 इज आ सरप्लस। तो ये की कहे है रेंट है साड़ा क्योंकि क्यों राइज हुआ है लेबर ते कैपिटल ज़्यादा यूज करने नाल साड़ी प्रोडक्शन इंक्रीज हुई है तो जी साड़ी मार्जिनल रेवन्यू प्रोडक्टिविटी कर्व है वो ऊपर चली गई है। दैट इज वाई कि रेंट अराइज होया सरप्लस होने दे करके। ये सीगी अपनी रिकार्डो दी इंटेंसिव एंड एक्सटेंसिव कल्टीवेशन थ्योरी। उस तो ड्राबैक ऑफ क्रिटिसिज्म ऑफ रिकार्डियन थ्योरी ऑफ रेंट। जी रिकार्डियन थ्योरी ऑफ रेंट है इन्हों क्रिटिसाइज भी किया गया है। फर्स्ट इज फर्टिलिटी ऑफ सॉइल इज नाइदर ओरिजिनल और इनडिस्ट्रक्टेबल। कहते जी फर्टिलिटी ऑफ सॉइल है ये ओरिजिनल भी नहीं हैगी इनडिस्ट्रक्टेबल भी नहीं गी कि ओरिजिनल तां नहीं गी कहते क्योंकि इन्होंने जी फर्टिलिटी इन्हों बताया जा सकता विद द हेल्प ऑफ मैन्योर इरीगेशन फैसिलिटीज पेस्टिसाइड्स। ठीक है दैट इज वाई जो ये अपना लॉ इतने अप्लाई नहीं होता है। एंड जी अपनी है लैंड वो अपनी रेनफॉल ते क्लाइमेट ते डिपेंड नहीं करती। इस तो इलावा भी होर कई जो मैन के बनाए हुए रिसोर्सिस ने उन्होंने डिपेंड करती है। हिस्टोरिकली रॉन्ग कहते रिकार्डो की जी असैरेशन थ्योरी है ये इकनॉमिकली रॉन्ग है। ठीक है क्योंकि जी इनफीरियर रीजनस ने कई जिमें कि फॉरेस्ट वगैरह एंड इनफीरियर्स रीजनस कहते उन्होंने भी बेस्ट लैंड होंगी है। कहते इदा नहीं कि घटिया किस्म की लैंड ही है। मार्जिनल और नॉन रेंट लैंड कहते इन्होंने बोलिया है कि नॉन रेंट लैंड होंगी है जी इनफीरियर लैंड होंगी है। बट अपनी कंट्री के कोई भी नॉन रेंट लैंड नहीं हैगी। लैंड का कुछ ना कुछ जो रेंट है वो जरूर होंगे। रेंट इज नॉट ड्यू टू फर्टिलिटी बट ड्यू टू स्कार्सिटी। इन्होंने बोले कि रेंट राइज होंगे क्योंकि फर्टिलिटी के डिफरेंट होंगे है जी फर्टिलिटी लैंड की डिफरेंट होंगी है। लेकिन कहते नहीं लैंड का रेंट राइज होंगे स्कार्सिटी करके क्योंकि ये जी डिमांड ज़्यादा है तो सप्लाई घट है। रेंट डज नॉट एंटर इनटू प्राइस। इन्होंने बोले कि जो रेंट है वो प्राइस के एंटर होंगे है लेकिन क्योंकि रैवन्यू जो सरप्लस होंगे उन्होंने रेंट बोलिया कहते नहीं लेकिन रेंट है जो वो प्राइस के ऐड नहीं होंगे। रेंट इज नॉट पेड फॉर ओनली फॉर लैंड। इन्होंने बोलिया कि रेंट को सिर्फ लैंड के यूज के लिए पे किया जाता है लेकिन नहीं रेंट को सिर्फ लैंड के यूज के लिए पे नहीं किया जाता है। कहते कई फैक्टर्स ने जिमें कि लेबर कैपिटल ठीक है जिन्हों के थ्रू जो अपने स्टार फैक्टर ऑफ प्रोडक्शन है जिन्हों के थ्रू जो रेंट अपना राइज होंगे है। तो
It does not throw proper light on the determination of rent ਜਿਹੜੀ ਰੈਂਟ ਦੀ ਥਿਊਰੀ ਹੈ ਇਹਨਾਂ ਨੇ ਇਹਦੀ ਪ੍ਰੋਪਰ ਜਿਹੜੀ ਹੈ ਥਿਊਰੀ ਨਹੀਂ ਦੱਸੀ ਹੈਗੀ ਇਹ ਟਰੁਥ ਜਨਰਲ ਥਿਊਰੀ ਨਹੀਂ ਹੈਗੀ ਗੁੱਡ ਕੁਆਲਿਟੀ ਪ੍ਰੋਡਕਟਸ ਨੇ ਜਿਹੜੇ ਇਹ ਨਹੀਂ ਦੱਸਦੀ ਫੈਂਸੀ ਪ੍ਰਾਈਸਿਸ ਨੂੰ ਲੈਂਦੀ ਹੈ ਇਹ ਐਂਡ ਨੈਕਸਟ ਇਜ਼ ਆ difficulty in measuring the productivity of land only due to its original fertility ਕਹਿੰਦੇ ਕਿਉਂਕਿ ਸਾਨੂੰ original fertility ਦਾ ਹੀ ਨਹੀਂ ਪਤਾ ਕਿਉਂਕਿ ਮੈਨੂਅਰ ਤੇ ਪੈਸਟੀਸਾਈਡਸ ਹੀ ਯੂਜ਼ ਕਰਦੇ ਆ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਲੈਂਡ ਲੈਸ ਫਰਟਾਈਲ ਹੈ ਇਹ ਲੈਂਡ ਮੋਰ ਫਰਟਾਈਲ ਹੈ ਇਹਨੂੰ ਚੈੱਕ ਕਰਨਾ ਕੀ ਹੁੰਦਾ ਹੈ ਡਿਫਿਕਲਟ ਹੁੰਦਾ ਹੈ ਕਹਿੰਦੇ ਪ੍ਰੋਡਕਟਿਵਿਟੀ ਪਾਵਰ ਚੈੱਕ ਕਰਨੀ ਨਹੀਂ ਕੀਤੀ ਜਾ ਸਕਦੀ ਤੇ ਰੈਂਟ ਰਾਈਸ ਨਹੀਂ ਹੋ ਸਕਦਾ ਐਵਰੀ ਲੈਂਡ ਹੈਜ਼ ਸਮ ਫਰਟੀਲਿਟੀ ਕਹਿੰਦੇ ਐਦਾਂ ਦੀ ਕੋਈ ਵੀ ਲੈਂਡ ਨਹੀਂ ਹੈਗੀ ਜਿਸ ਤੇ ਕੁਝ ਵੀ ਪ੍ਰੋਡਿਊਸ ਨਹੀਂ ਕੀਤਾ ਜਾ ਸਕਦਾ ਕਹਿੰਦੇ ਸਾਰੀ ਲੈਂਡਸ ਦੇ ਵਿੱਚ ਕੁਝ ਨਾ ਕੁਝ ਜਿਹੜੀ ਪ੍ਰੋਡਕਸ਼ਨ ਪਾਵਰ ਹੁੰਦੀ ਆ ਐਂਡ ਨੈਕਸਟ ਇਜ਼ ਅਨਰੀਅਲਿਸਟਿਕ ਅਸੰਪਸ਼ਨ ਆਫ ਪਰਫੈਕਟ ਕੰਪੀਟੀਸ਼ਨ ਇਹਨਾਂ ਨੇ ਬੋਲਿਆ ਕਿ ਆਪਣੀ ਇਕੋਨਮੀ ਦੇ ਵਿੱਚ ਸਿਰਫ ਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ ਹੈ ਲੇਕਿਨ ਇਕੋਨਮੀ ਦੇ ਵਿੱਚ ਡਿਫਰੈਂਟ ਮਾਰਕੀਟ ਫਾਰਮਸ ਨੇ imperfect competition monopoly monopolistic ਤੇ oligopoly ਵੀ ਹੈ ਤਾਂ ਇਹ ਜਿਹੜਾ ਆਪਣਾ assumption ਹੈ ਇੱਥੇ ਅਪਲਾਈ ਨਹੀਂ ਹੁੰਦੀ ਪ੍ਰੋਡਕਟਸ ਹੋਮੋਜੀਨੀਅਸ ਨਹੀਂ ਹੁੰਦੇ ਸਿਰਫ ਇੱਕੋ ਤਰ੍ਹਾਂ ਦਾ ਪ੍ਰੋਡਕਟ ਸੇਲ ਨਹੀਂ ਕੀਤਾ ਜਾਂਦਾ ਤੇ ਹੋਮੋਜੀਨੀਅਸ ਪ੍ਰਾਈਸਿਸ ਵੀ ਨਹੀਂ ਹੁੰਦੀਆਂ ਕ੍ਰਿਟਿਸਿਜ਼ਮ ਔਨ ਦਾ ਲੇਬਰ ਥਿਊਰੀ ਆਫ ਵੈਲਿਊ ਲੇਬਰ ਥਿਊਰੀ ਆਫ ਵੈਲਿਊ ਨੂੰ ਕਹਿੰਦੇ ਇਹਨਾਂ ਨੇ ਕ੍ਰਿਟਿਸਾਈਜ਼ ਕੀਤਾ ਹੈ ਅਕੋਰਡਿੰਗ ਟੂ ਦਿਸ ਥਿਊਰੀ ਵੈਲਿਊ ਆਫ original produce is determined on the basis of labor intended to produce it and incomplete theory of rent ਹੈ ਕਹਿੰਦੇ ਕੰਪਲੀਟ ਥਿਊਰੀ ਨਹੀਂ ਹੈਗੀ ਨੈਸ਼ਨਲ ਇਨਕਮ ਦੇ ਬੇਸ ਤੋਂ ਕਹਿੰਦੇ ਹੋਲ ਇਕੋਨਮੀ ਦੇ ਵਿੱਚ ਅਪਲਾਈ ਨਹੀਂ ਹੁੰਦੀ ਅਲਟਰਨੇਟਿਵ ਯੂਜ਼ਸ ਆਫ ਲੈਂਡ ਇਹਨਾਂ ਨੇ ਲੈਂਡ ਦਾ ਇੱਕੋ ਯੂਜ਼ ਬੋਲਿਆ ਹੈ ਲੇਕਿਨ ਲੈਂਡ ਦਾ ਸਿਰਫ ਇੱਕ ਯੂਜ਼ ਨਹੀਂ ਹੁੰਦਾ ਲੈਂਡ ਡਿਫਰੈਂਟ ਯੂਜ਼ਸ ਦੇ ਲਈ ਵਰਤੀ ਜਾਂਦੀ ਹੈ ਤਾਂ ਅਲਟਰਨੇਟਿਵ ਯੂਜ਼ਸ ਨੇ ਜਿਹੜੇ ਲੈਂਡ ਦੇ ਹੁੰਦੇ ਨੇ ਤਾਂ ਇਹ ਸੀਗੀ ਆਪਣੀ ਰਿਕਾਰਡੋ ਥਿਊਰੀ ਐਂਡ ਉਸ ਤੋਂ ਬਾਅਦ ਹੈ ਮਾਡਰਨ ਥਿਊਰੀ ਆਫ ਲੈਂਡ ਕਹਿੰਦੇ ਮਾਡਰਨ ਇਕੋਨੋਮਿਸਟ ਨੇ ਦਿੱਤੀ ਆ ਮਾਡਰਨ ਵਰਜ਼ਨ ਆਫ ਰਿਕਾਰਡੀਅਨ ਥਿਊਰੀ ਬੋਲਿਆ ਗਿਆ ਇਹਨੂੰ ਜੇਐਸ ਮਿਲ ਨੇ ਦਿੱਤੀ ਹੈ ਜੈਮਨਸ ਨੇ ਦਿੱਤੀ ਆ ਪਿਟਰਸਨ ਮਾਰਸ਼ਲ ਤੇ ਜੌਨ ਰੋਬਿਨਸ ਨੇ ਦਿੱਤੀ ਆ ਕਹਿੰਦੇ ਉਹਨਾਂ ਨੇ ਕੀ ਬੋਲਿਆ ਅਕੋਰਡਿੰਗ ਟੂ ਮਾਡਰਨ ਥਿਊਰੀ economic rent is surplus which is not particular to the land alone it can be part of the income of labor capital and entrepreneur ਕਹਿੰਦੇ ਇਹ ਸਰਪਲਸ ਹੁੰਦਾ ਹੈ ਲੇਕਿਨ ਸਿਰਫ ਲੈਂਡ ਦੇ ਥਰੂ ਨਹੀਂ ਹੁੰਦਾ ਕਹਿੰਦੇ ਸਰਪਲਸ ਕੈਪੀਟਲ ਐਂਟਰਪ੍ਰੈਨਿਓਰ ਤੇ ਲੇਬਰਸ ਤਿੰਨਾਂ ਦੇ ਤੇ ਚੌਥਾ ਲੈਂਡ ਦੇ ਨਾਲ ਮਿਲ ਕੇ ਹੁੰਦਾ ਤਾਂ ਜੋ ਸਰਪਲਸ ਹੁੰਦਾ that is called rent ਕਹਿੰਦੇ economic rent may be defined as any payments to factor of production which is in excess of total supply price so supply prices means ਜਿਹੜੇ ਆਪਾਂ ਨੂੰ earn ਹੁੰਦੇ ਨੇ ਤਾਂ ਰੈਂਟ ਇਕੋਨੋਮਿਸਟ ਆਪਣੇ ਮਾਡਰਨ ਇਕੋਨੋਮਿਸਟ ਕੀ ਬੋਲਦੇ ਨੇ ਡਿਟਰਮੀਨੇਸ਼ਨ ਆਫ ਰੈਂਟ ਆਫ ਲੈਂਡ ਐਂਡ ਸਕਾਰਸਿਟੀ ਥਿਊਰੀ ਆਫ ਰੈਂਟ ਬੋਲੀ ਇਹਨਾਂ ਨੇ ਕਹਿੰਦੇ ਰੈਂਟ ਰਾਈਸ ਹੁੰਦਾ ਕਿਉਂਕਿ ਕਹਿੰਦੇ ਐਕਚੁਅਲ ਅਰਨਿੰਗ ਐਂਡ ਟ੍ਰਾਂਸਫਰ ਅਰਨਿੰਗ ਦੇ ਵਿੱਚ ਡਿਫਰੈਂਸ ਹੁੰਦਾ ਠੀਕ ਹੈ ਤਾਂ ਦੈਟ ਇਜ਼ ਵਾਈ ਜਿਹੜਾ ਰੈਂਟ ਹੈ ਉਹ ਰਾਈਸ ਹੁੰਦਾ ਹੈ ਵਾਟ ਇਜ਼ ਦਾ ਟ੍ਰਾਂਸਫਰ ਅਰਨਿੰਗ ਔਰ ਓਪਰਚੁਨਿਟੀ ਕਾਸਟ ਟ੍ਰਾਂਸਫਰ ਅਰਨਿੰਗ ਨੂੰ ਓਪਰਚੁਨਿਟੀ ਕਾਸਟ ਵੀ ਬੋਲਦੇ ਆ ਕਹਿੰਦੇ ਈਚ ਫੈਕਟਰ ਆਫ ਪ੍ਰੋਡਕਸ਼ਨ ਹੈਜ਼ ਡਿਫਰੈਂਟ ਯੂਜ਼ਸ ਵੀ ਟ੍ਰਾਂਸਫਰ ਇਟ ਫਰੋਮ ਦਾ ਵਨ ਯੂਜ਼ ਟੂ ਦਾ ਅਨਦਰ ਵੀ ਹੈਵ ਟੂ ਸੈਕਰੀਫਾਈਸ ਦਾ ਇਨਕਮ ਅਰਨ ਬਾਈ ਇਟ ਫਰੋਮ ਦਾ ਅਰਲੀਅਰ ਯੂਜ਼ਸ ਤੁਹਾਨੂੰ ਪਤਾ ਕਿ ਅਲਟਰਨੇਟਿਵ ਯੂਜ਼ਸ ਤਾਂ ਆਪਾਂ ਆਪਣੀ ਜ਼ਿਆਦਾ ਇਨਕਮ ਅਰਨ ਕਰਨ ਦੇ ਲਈ ਤਾਂ ਉਸ ਨੂੰ ਛੱਡ ਕੇ ਨਿਊ ਬੈਸਟ ਜਿਹੜਾ ਅਲਟਰਨੇਟਿਵ ਉਹਨੂੰ ਕੀ ਹੈ ਚੂਜ਼ ਕਰਦੇ ਜਿਵੇਂ ਕਿ ਤੁਸੀਂ ਦੇਖੀ ਆ ਪਹਿਲਾਂ ਕਿ ਕਾਲਜ ਦੇ ਵਿੱਚ ਪੀਐਨ ਹੈ ਉਹਦੀ 9000 ਹੈ ਆਪਣੀ ਸੈਲਰੀ ਤੇ ਹੁਣ ਉਹ ਬੈਂਕ ਦੇ ਵਿੱਚ ਲੱਗ ਗਿਆ 10000 ਹੈ ਟ੍ਰਾਂਸਫਰ ਹੋ ਗਿਆ ਤਾਂ ਟ੍ਰਾਂਸਫਰ ਅਰਨਿੰਗ ਕਿੰਨੀ ਸੀ 9 ਸੀਗੀ ਐਂਡ ਹੁਣ ਐਕਚੁਅਲ ਅਰਨਿੰਗ ਕਿੰਨੀ ਹੋ ਰਹੀ 10000 ਹੋ ਰਹੀ ਹੈ ਤਾਂ 1000 ਦਾ ਡਿਫਰੈਂਟ ਹੈ 1000 ਕੀ ਆਪਣਾ ਦੈਟ ਇਜ਼ ਦਾ ਰੈਂਟ ਕਹਿੰਦੇ why does rent arises modern theory of rent ਦੇ through ਕਹਿੰਦੇ modern theory of rent concerns with the opinion Ricardo main reasons of emergence of rent is the scarcity of land ਕਹਿੰਦੇ ਇਹਨਾਂ ਨੇ ਬੋਲਿਆ ਹੈ ਕਿ ਰੈਂਟ ਦੇ ਰਾਈਜ਼ ਦਾ ਮੇਨ ਰੀਜ਼ਨ ਕੀ ਹੈ ਸਕਾਰਸਿਟੀ ਆਫ ਲੈਂਡ ਹੈ ਸਕਾਰਸਿਟੀ ਆਫ ਲੈਂਡ ਮਤਲਬ ਕਹਿੰਦੇ ਸਪਲਾਈ ਆਫ ਅਦਰ ਫੈਕਟਰਸ ਨੇ ਜਿਵੇਂ ਲੇਬਰ ਹੈ ਆਪਣੀ ਕੈਪੀਟਲ ਹੈ ਉਹਦੀ ਜਿਹੜੀ ਸਪਲਾਈ ਹੁੰਦੀ ਆ ਉਹ ਕੀ ਹੁੰਦੀ ਹੈ ਇਨਕਰੀਜ਼ ਵੀ ਹੋ ਸਕਦੀ ਹੈ ਡਿਕਰੀਜ਼ ਵੀ ਹੋ ਸਕਦੀ ਹੈ ਲੇਕਿਨ ਜਿਹੜੀ ਆਪਣੀ ਲੈਂਡ ਹੈ ਉਹਨੂੰ ਨਾ ਤਾਂ ਆਪਾਂ ਇਨਕਰੀਜ਼ ਕਰ ਸਕਦੇ ਹਾਂ ਨਾ ਡਿਕਰੀਜ਼ ਕਰ ਸਕਦੇ ਜਿਹਦੇ ਥਰੂ ਜਿਹੜਾ ਲੈਂਡ ਦਾ ਰੈਂਟ ਅਰਾਈਜ਼ ਹੁੰਦਾ ਹੈ ਕਹਿੰਦੇ ਪ੍ਰੋਫੈਸਰ ਵਾਈਜ਼ਰਸ ਨੇ ਬੋਲਿਆ ਹੈ ਕਹਿੰਦੇ ਡਿਵਾਈਡਡ ਆਲ ਫੈਕਟਰ ਆਫ ਪ੍ਰੋਡਕਸ਼ਨ ਇਨਟੂ ਪਾਰਟਸ ਜਿਵੇਂ ਕਿ ਸਪੈਸੀਫਿਕ ਫੈਕਟਰ ਹੁੰਦੇ ਨੇ ਤੇ ਨਾਨ ਸਪੈਸੀਫਿਕ ਫੈਕਟਰ ਹੁੰਦੇ ਨੇ the specific factor are those which have only one use for instance farm used for growing wheat alone or textile labor having weaving skill alone specific factors ਕਹਿੰਦੇ ਜਦੋਂ ਆਪਾਂ ਸਿਰਫ ਕਿਸੇ ਫੈਕਟਰ ਨੂੰ ਯੂਜ਼ ਕਰਦੇ ਸਪੈਸੀਫਿਕ ਪ੍ਰੋਡਕਸ਼ਨ ਦੇ ਲਈ ਐਂਡ ਨਾਨ ਸਪੈਸੀਫਿਕ ਫੈਕਟਰਸ ਜਿਵੇਂ ਕਿ ਇੱਕ ਫੈਕਟਰ ਨੂੰ ਆਪਾਂ ਯੂਜ਼ ਕਰਦੇ ਡਿਫਰੈਂਟ ਟਾਈਪਸ ਆਫ ਪ੍ਰੋਡਕਸ਼ਨ ਦੇ ਲਈ ਤਾਂ ਲੈਂਡ ਕੀ ਆ ਕਹਿੰਦੇ ਇਸੇ ਤਰ੍ਹਾਂ ਦਾ ਫੈਕਟਰ ਹੈ ਜਿਹਨੂੰ ਆਪਾਂ ਡਿਫਰੈਂਟ ਟਾਈਪਸ ਦੇ ਲਈ ਅਲਟਰਨੇਟਿਵ ਯੂਜ਼ ਦੇ ਲਈ ਯੂਜ਼ ਕਰਦੇ ਤਾਂ ਇਹਦੀ ਡਿਮਾਂਡ ਜ਼ਿਆਦਾ ਹੁੰਦੀ ਇਹਦੀ ਸਪਲਾਈ ਦੇ ਨਾਲੋਂ determination of rent ਦੇ ਕਹਿੰਦੇ two reasons ਹੁੰਦੇ ਨੇ rent of land and ਕਹਿੰਦੇ difference between the actual earning and transfer earning the first is determination of rent of land or scarcity theory of rent ਕਹਿੰਦੇ first ਇਹਨਾਂ ਨੇ ਬੋਲਿਆ ਹੈ rent as a difference between actual earning and transfer earning ਤੁਹਾਨੂੰ ਪਤਾ ਹੀ ਲੱਗ ਗਿਆ ਕਿ rent
ਐਕਚੁਅਲ अर्निंग्स मीन्स ਜਿਵੇਂ ਕਿ ਆਪਣੀ ਬੈਂਕ ਦੀ ਜੌਬ ਤੋਂ 10,000 ਐਂਡ ਪਹਿਲਾਂ ਜੋ ਜੌਬ ਮਿਲੀ ਸੀ ਉਹ ਤੋਂ 9,000, ਤਾਂ 10 minus 9 ਜੋ ਡਿਫਰੈਂਸ ਹੈ ਦੈਟ ਇਜ਼ ਆ 1,000 ਇਜ਼ ਦਾ ਐਕਚੁਅਲ ਰੈਂਟ ਵੈਨ ਇੱਥੇ ਕੀ ਆ ਇਹਨਾਂ ਨੇ ਬੋਲਿਆ ਕਿ ਜਿਹੜਾ ਹੈ ਡਿਟਰਮੀਨੇਸ਼ਨ ਆਫ ਰੈਂਟ ਸਕਾਰਸਿਟੀ ਥਿਊਰੀ ਆਫ ਰੈਂਟ ਅਪਲਾਈ ਹੁੰਦਾ। ਸਕਾਰਸਿਟੀ ਮਤਲਬ ਕਹਿੰਦੇ ਆਪਣੀ ਜਿਹੜੀ ਲੈਂਡ ਉਹਦੀ ਸਕਾਰਸਿਟੀ ਹੁੰਦੀ ਹੈ। ਸਕਾਰਸਿਟੀ ਮਤਲਬ ਆਪਾਂ ਚੈੱਕ ਕਰਨ ਦੇ ਲਈ ਦੇਖਦੇ ਹਾਂ ਡਿਮਾਂਡ ਫॉर लैंड एंड सप्लाई ऑफ लैंड। डिमांड फॉर लैंड ਕਹਿੰਦੇ ਫੈਕਟਰ ਆਫ ਪ੍ਰੋਡਕਸ਼ਨ ਦੇ ਲਈ ਕਹਿੰਦੇ ਆਪਣੀ ਜਿਹੜੀ ਲੈਂਡ ਉਹਦੀ ਡਿਮਾਂਡ ਕੀਤੀ ਜਾਂਦੀ ਹੈ ਕਿਉਂਕਿ ਆਪਾਂ ਨੇ ਇਹਦੇ ਤੇ ਪ੍ਰੋਡਕਸ਼ਨ ਕਰਨੀ ਹੁੰਦੀ ਆ। ਕਹਿੰਦੇ ਜਿਵੇਂ ਹੀ ਪਾਪੂਲੇਸ਼ਨ ਇਨਕਰੀਜ਼ ਹੁੰਦੀ ਹੈ, ਫੋਰ ਐਗਜ਼ਾਮਪਲ ਅਗਰ ਐਗਰੀਕਲਚਰ ਦੇ ਲਈ ਆਪਾਂ ਲੈਂਡ ਯੂਜ਼ ਕਰਦੇ ਹਾਂ, ਜਿਵੇਂ ਕਿ ਪਾਪੂਲੇਸ਼ਨ ਇਨਕਰੀਜ਼ ਹੋਈ ਤਾਂ ਜਿਹੜੀ ਆਪਣੀ ਐਗਰੀਕਲਚਰ ਸੈਕਟਰ ਦੇ ਵਿੱਚ ਫੂਡ ਦੀ ਡਿਮਾਂਡ ਇਨਕਰੀਜ਼ ਹੋ ਜਾਂਦੀ, ਤਾਂ ਉਹਦੇ ਲਈ ਜਿਹੜੀ ਲੈਂਡ ਉਹਦੀ ਡਿਮਾਂਡ ਵੀ ਕੀ ਹੋਏਗੀ, ਇਨਕਰੀਜ਼ ਹੋਏਗੀ। ਠੀਕ ਹੈ, ਜਿਵੇਂ ਜਿਵੇਂ ਪਾਪੂਲੇਸ਼ਨ ਇਨਕਰੀਜ਼ ਲੈਂਡ ਦੀ ਡਿਮਾਂਡ ਹੈ ਜਿਹੜੀ ਕੀ ਹੋਏਗੀ, ਇਨਕਰੀਜ਼ ਹੋਏਗੀ। ਤੇ ਅਗਰ ਆਪਾਂ ਕਹਿੰਦੇ ਫੂਡ ਗ੍ਰੇਨਸ ਘੱਟ ਹੁੰਦੀਆਂ ਨੇ, ਡਿਕਰੀਜ਼ ਹੁੰਦੀਆਂ ਨੇ, ਤਾਂ ਫਿਰ ਡਿਮਾਂਡ ਜਿਹੜੀ ਹੈ ਲੈਂਡ ਤੇ ਉਹ ਕੀ ਕਰਦੀ, ਇਨਫਲੂਐਂਸ ਕਰਦੀ ਆ ਆਪਣੀ ਰੈਂਟ ਨੂੰ ਅਰਾਈਜ਼ ਹੋਣ ਦੀ। ਸਪਲਾਈ ਸਾਈਡ ਦੇਖੀਏ ਅਗਰ ਲੈਂਡ ਦੀ, ਕਹਿੰਦੇ ਸਪਲਾਈ ਆਫ ਦ ਲੈਂਡ ਇਜ਼ ਐਨ ਇਕੋਨਮੀ ਐਸ ਹੋਲ ਇਜ਼ ਫਿਕਸਡ। ਸਪਲਾਈ ਤੇ ਕੋਈ ਵੀ ਇਫੈਕਟ ਨਹੀਂ ਪੈਂਦਾ, ਲੇਕਿਨ ਡਿਮਾਂਡ ਇਨਕਰੀਜ਼ ਹੁੰਦੀ ਆ ਤਾਂ ਸਪਲਾਈ ਜਿਹੜੀ ਹੁੰਦੀ ਉਹ ਫਿਕਸ ਹੁੰਦੀ ਹੈ, ਕਾਂਸਟੈਂਟ ਹੁੰਦੀ ਹੈ। ਡਿਮਾਂਡ ਜਿਵੇਂ ਜਿਵੇਂ ਇਨਕਰੀਜ਼ ਹੁੰਦੀ ਜਾਂਦੀ ਹੈ, ਰੈਂਟ ਆਪਣਾ ਉਦਾਂ ਹੀ ਕੀ ਹੁੰਦਾ ਜਾਂਦਾ ਹੈ, ਇਨਕਰੀਜ਼ ਹੁੰਦਾ ਜਾਂਦਾ ਹੈ। ਤਾਂ ਡਿਟਰਮੀਨੇਸ਼ਨ ਆਫ ਰੈਂਟ ਤਾਂ ਇੱਥੇ ਕੀ ਆ, ਸਕਾਰਸਿਟੀ ਥਿਊਰੀ ਹੈ ਜਿਹੜੀ ਅਪਲਾਈ ਹੁੰਦੀ ਹੈ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਜਿਹੜੀ ਸਪਲਾਈ ਹੈ ਫਿਕਸ ਹੈ, ਡਿਮਾਂਡ ਪਹਿਲਾਂ D2 ਸੀਗੀ ਤਾਂ ਆਪਣਾ E2 ਇਕੁਇਲਿਬਰੀਅਮ ਤੇ ਰੈਂਟ ਘੱਟ ਸੀਗਾ, ਲੇਕਿਨ ਡਿਮਾਂਡ ਇਨਕਰੀਜ਼ ਹੋ ਕੇ D1 ਹੋ ਗਈ ਤਾਂ ਰੈਂਟ ਵੀ ਕੀ ਹੋ ਗਿਆ, ਆਪਣਾ ਅਰਾਈਜ਼ ਹੋ ਗਿਆ। ਦੈਟ ਇਜ਼ ਦ ਰੀਜ਼ਨ ਕਿ ਸਕਾਰਸਿਟੀ ਦੇ ਕਰਕੇ ਜਿਹੜੀ ਆਪਣੀ ਡਿਮਾਂਡ ਉਹ ਕੀ ਹੁੰਦੀ ਹੈ, ਇਨਕਰੀਜ਼ ਹੁੰਦੀ ਹੈ। ਤਾਂ ਇਸ ਤੋਂ ਬਾਅਦ ਸੈਕੰਡ ਹੈ ਰੈਂਟ ਐਜ਼ ਦਾ ਡਿਫਰੈਂਸ ਬਿਟਵੀਨ ਦਾ ਐਕਚੁਅਲ अर्निंग ਐਂਡ ਟ੍ਰਾਂਸਫਰ अर्निंग। ਐਕਚੁਅਲ अर्निंग ਤੇ ਟ੍ਰਾਂਸਫਰ अर्निंग ਦੇ ਵਿੱਚ ਕਹਿੰਦੇ ਕੀ ਹੁੰਦਾ, ਡਿਫਰੈਂਟ ਹੁੰਦਾ, ਮਾਡਰਨ ਇਕੋਨੋਮਿਸਟ ਕਹਿੰਦੇ ਨੇ। ਤਾਂ ਇਹਦੇ ਵਿੱਚ ਕਹਿੰਦੇ ਕਾਸਟ, अपॉर्चुनिटी ਕਾਸਟ ਨੂੰ ਦੇਖਿਆ ਜਾਂਦਾ ਹੈ, ਤੇ अपॉर्चुनिटी ਕਾਸਟ ਨੂੰ ਆਪਾਂ ਟ੍ਰਾਂਸਫਰ अर्निंग ਵੀ ਕਹਿੰਦੇ ਆ। ਕਹਿੰਦੇ in the sense rent can be part of the income of each factor of productions, capital, labor and entrepreneurs, but these factors will earn rent only when their supply is less than perfectly elastic। supply of factor of productions can be are three types। ਕਹਿੰਦੇ ਸਪਲਾਈ ਆਫ ਫੈਕਟਰ ਆਫ ਪ੍ਰੋਡਕਸ਼ਨਸ, ਜਿੰਨੇ ਵੀ ਇਹ ਫੈਕਟਰ ਆਫ ਪ੍ਰੋਡਕਸ਼ਨਸ ਨੇ ਇਹਨਾਂ ਦੀ ਸਪਲਾਈ ਕਹਿੰਦੇ 3 ਟਾਈਪਸ ਦੀ ਹੋ ਸਕਦੀ ਆ। ਜਾਂ ਤਾਂ ਕਹਿੰਦੇ ਕੀ ਆ, ਇਲਾਸਟਿਕ ਹੋ ਸਕਦੀ ਹੈ ਪਰਫੈਕਟਲੀ, ਜਾਂ ਪਰਫੈਕਟਲੀ ਇਨ ਇਲਾਸਟਿਕ ਹੋ ਸਕਦੀ ਆ, ਜਾਂ ਲੈਸ ਦੈਨ ਪਰਫੈਕਟਲੀ ਇਨ ਇਲਾਸਟਿਕ ਹੋ ਸਕਦੀ ਆ। ਕਹਿੰਦੇ ਸਪਲਾਈ ਆਫ ਫੈਕਟਰ ਆਫ ਪ੍ਰੋਡਕਸ਼ਨਸ ਕੈਨ ਬੀ ਪਰਫੈਕਟਲੀ ਇਲਾਸਟਿਕ। ਜਦੋਂ ਕਹਿੰਦੇ ਸਪਲਾਈ ਆਫ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਇਹਨਾਂ ਦੀ ਸਪਲਾਈ ਪਰਫੈਕਟਲੀ ਇਲਾਸਟਿਕ ਹੈ, ਤਦ ਰੈਂਟ ਆਪਣਾ ਜ਼ੀਰੋ ਹੋਏਗਾ। ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ, ਤਾਂ ਇੱਥੇ ਦੇਖ ਸਕਦੇ ਹੋ ਰੈਂਟ ਇਕੁਅਲ ਟੂ ਐਕਚੁਅਲ अर्निंग ਮਾਈਨਸ ਟ੍ਰਾਂਸਫਰ अर्निंग। ਐਕਚੁਅਲ अर्निंग ਵੀ 10 ਹੈ, ਟ੍ਰਾਂਸਫਰ अर्निंग ਕਿੰਨੀ ਹੈ, 10 ਹੀ ਹੈ, ਤਾਂ ਆਪਣਾ ਰੈਂਟ ਕੀ ਹੈ, ਜ਼ੀਰੋ ਹੈ। ਤਾਂ ਤੁਸੀਂ ਇਸ ਟੇਬਲ ਦੇ ਵਿੱਚ ਦੇਖ ਸਕਦੇ ਹੋ ਡਿਮਾਂਡ ਫॉर ਲੇਬਰ 10, 15 ਐਂਡ 20, ਕਿਉਂਕਿ ਲੈਂਡ ਜਿਹੜੀ ਉਹ ਫਿਕਸ ਹੈ, ਲੈਂਡ ਦੀ ਸਪਲਾਈ ਫਿਕਸ ਹੈ, ਲੇਕਿਨ ਡਿਮਾਂਡ ਫॉर ਲੇਬਰ ਆਪਾਂ ਇਨਕਰੀਜ਼ ਵੀ ਕਰ ਸਕਦੇ ਹਾਂ, ਡਿਕਰੀਜ਼ ਵੀ ਕਰ ਸਕਦੇ ਹਾਂ, ਕੈਪੀਟਲ ਦੇ ਇਨਕਰੀਜ਼ ਡਿਕਰੀਜ਼ ਕਰ ਸਕਦੇ ਕੈਪੀਟਲ ਨੂੰ ਵੀ। ਤਾਂ ਉਹ ਕਹਿੰਦੇ ਨੇ ਕਿ ਲੈਂਡ ਤੋਂ ਇਲਾਵਾ ਜਿਹੜੀ ਆਪਾਂ ਲੈਂਡ ਨੂੰ ਇਨਕਰੀਜ਼ ਡਿਕਰੀਜ਼ ਤੋਂ ਇਲਾਵਾ ਜਿਹੜੇ ਅਦਰ ਫੈਕਟਰਸ ਨੇ ਉਹਨਾਂ ਨੂੰ ਜ਼ਿਆਦਾ ਯੂਜ਼ ਕਰਕੇ ਲੈਂਡ ਤੇ ਆਪਾਂ ਇਹਦੀ ਜਿਹੜੀ ਪ੍ਰੋਡਕਟਿਵਿਟੀ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਤਾਂ ਇਹਦੇ ਥਰੂ ਵੀ ਜਿਹੜਾ ਰੈਂਟ ਆ ਉਹ ਆਪਣਾ ਰਾਈਜ਼ ਹੁੰਦਾ, ਕਿਉਂਕਿ ਡਿਫਰੈਂਸ ਹੁੰਦਾ ਐਕਚੁਅਲ अर्निंग ਜੋ ਆਪਾਂ ਹੁਣ ਕਰ ਰਹੇ ਤੇ ਪਹਿਲਾਂ ਜੋ ਕਰ ਰਹੇ ਸੀ। ਤੇ ਇੱਥੇ ਡਿਮਾਂਡ ਫॉर ਲੇਬਰ ਇਨਕਰੀਜ਼ ਹੋ ਰਹੀ ਹੈ 10, 15 ਐਂਡ 20, ਐਂਡ ਸਪਲਾਈ ਆਫ ਲੇਬਰ ਕੀ ਹੈ 10, 15 ਐਂਡ 20 ਸੇਮ ਰੇਸ਼ੋ ਦੇ ਨਾਲ। ਐਕਚੁਅਲ अर्निंग ਕੀ ਹੈ 10, 10, 10 ਜੋ ਪਹਿਲਾਂ ਆਪਾਂ ਕਰ ਰਹੇ ਹਾਂ। ਟ੍ਰਾਂਸਫਰ अर्निंग ਕੀ ਹੈ 10, 10, 10। ਕਹਿੰਦੇ ਜਦੋਂ 10 ਲੈਂਡ ਯੂਜ਼ ਕੀਤੀ ਤੇ ਲੇਬਰ ਯੂਜ਼ ਕੀਤੀ, ਡਿਮਾਂਡ ਤੇ ਸਪਲਾਈ ਲੇਬਰ ਦੀ 10, 10 ਹੈ, ਤੇ ਐਕਚੁਅਲ अर्निंग 10 ਹੈ ਜੋ ਹੁਣ ਹੋ ਰਹੀ ਹੈ, ਤੇ ਪਹਿਲਾਂ ਵੀ 10 ਹੀ अर्निंग ਹੋ ਰਹੀ ਸੀ। ਐਂਡ 15, 15 ਯੂਜ਼ ਕੀਤੀ ਤਦ ਵੀ ਕਹਿੰਦੇ ਕੀ ਹੈ 10, 10 अपनी एक्चुअल ਦੇ ਟ੍ਰਾਂਸਫਰ अर्निंग ਹੈ। ਰੈਂਟ ਦੇਖਣ ਦੇ ਲਈ ਐਕਚੁਅਲ ਮਾਈਨਸ ਟ੍ਰਾਂਸਫਰ ਕਰਾਂਗੇ, 10 minus 10, 10 minus 10 is equal to 0। ਨੋ ਸਰਪਲਸ, ਨੋ ਲਾਸ, ਤਾਂ ਇੱਥੇ 0 ਕੀ ਆਪਣਾ ਰੈਂਟ ਆ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ OX ਅਕਸ਼ ਤੇ ਯੂਨਿਟਸ ਆਫ ਕੈਪੀਟਲ ਦਿਖਾਈ ਹੋਈ ਹੈ, OY ਤੇ ਰੇਟ ਆਫ ਇੰਟਰਸਟ ਦਿਖਾਇਆ ਹੋਇਆ ਹੈ, ਤੇ ਜਿਹੜੀ ਆਪਣੀ SS ਆ ਦਿਸ ਇਜ਼ ਅ ਸਪਲਾਈ ਕਰਵ, ਠੀਕ ਹੈ, ਆਫ ਕੈਪੀਟਲ ਐਂਡ ਜਿਹੜੀ ਆਪਣੀ ਲੇਬਰ, ਠੀਕ ਹੈ। ਐਂਡ ਉਸ ਤੋਂ ਬਾਅਦ ਜਿਹੜੀ ਯੂਨਿਟਸ ਆਫ ਕੈਪੀਟਲ ਹੈ, ਤਾਂ ਪਹਿਲਾਂ D1 DD ਇਜ਼ ਅ ਡਿਮਾਂਡ ਆਫ ਲੇਬਰ ਐਂਡ ਡਿਮਾਂਡ ਫॉर ਲੇਬਰ ਜਦੋਂ DD ਸੀਗੀ ਤਾਂ E1 ਇਜ਼ ਅ ਇਕੁਇਲਿਬਰੀਅਮ, ਤਾਂ ਯੂਨਿਟਸ ਆਫ ਕੈਪੀਟਲ 20 ਯੂਜ਼ ਕੀਤੀ ਜਾਂਦੀ ਸੀਗੀ, ਤੇ ਜਿਹੜੀ 10% ਸੀਗੀ ਰੇਟ ਆਫ ਇੰਟਰਸਟ ਸੀਗਾ। ਐਂਡ ਉਸ ਤੋਂ ਬਾਅਦ ਡਿਮਾਂਡ ਫॉर ਲੇਬਰ ਯੂਜ਼ ਹੋਈ 10 D1 ਐਂਡ ਆਪਣੀ ਜਿਹੜੀ ਕੈਪੀਟਲ ਹੈ ਉਹ ਵੀ ਉਨੀ ਹੋਈ ਇਨਕਰੀਜ਼ ਹੋਈ, ਦੈਟ ਇਜ਼ ਅ 40। ਤਾਂ ਇੱਥੇ ਕੀ ਆਪਣਾ ਓਨਲੀ ਜਿਹੜਾ ਰੈਂਟ ਹੈ 0 ਹੈ, ਠੀਕ ਹੈ। ਐਕਚੁਅਲ अर्निंग ਤੇ ਟ੍ਰਾਂਸਫਰ अर्निंग ਕੀ ਹੈ, ਇਕੁਅਲ ਹੈ। ਐਂਡ ਨੈਕਸਟ ਇਜ਼ ਦਾ ਕਹਿੰਦੇ ਜਦੋਂ ਕੀ ਹੈ rent when supply of factor is perfectly inelastic। ਜਦੋਂ supply of factor perfectly inelastic ਹੈ, ਜਿਵੇਂ ਕਿ ਲੈਂਡ ਦੀ ਸਪਲਾਈ ਕੀ ਹੁੰਦੀ ਹੈ, ਫਿਕਸ ਹੁੰਦੀ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਐਕਚੁਅਲ अर्निंग 10, 15 ਐਂਡ 20, ਟ੍ਰਾਂਸਫਰ अर्निंग 0, 0, 0,
ठीक है, जिन्ना पहला प्रोड्यूस करते सी हुण भी उन्ना ही प्रोड्यूस करते हैं। दोनों का डिफरेंस 10 माइनस 0, 15 माइनस 0, 20 माइनस 0 इज इक्वल टू 10, 15, 20, ताकि रेंट इंक्रीज हो रहा है। ठीक है, तो इतने तुम देख सकते हो एस एस इज अ सप्लाई कर्व ऑफ लैंड एंड डी डी इज अ डिमांड कर्व। डी डी ई पॉइंट से कट करिए, ई इज अ इक्विलिब्रियम पॉइंट जिथे कि 20 रेंट है एंड डिमांड इंक्रीज हुई डी वन एंड ई वन इज अ न्यू इक्विलिब्रियम पॉइंट। तो जिथे कहते 40 रेंट अराइज हुए है, तो इतने कि देयर इज अ डिफरेंस बिटवीन एक्चुअल अर्निंग एंड ट्रांसफर अर्निंग, जितना डिफरेंस है उतना ही अपना रेंट है किया अराइज हो रहा है। The rent when the supply of factory is less than perfectly elastic। ठीक है, डिमांड फॉर लेबर जिन्नी है ਉਹਦੇ ਨਾਲੋਂ ਜਿਹੜੀ ਆਪਣੀ ਸਪਲਾਈ ਹੈ ਉਹ ਘੱਟ ਹੋ ਰਹੀ ਹੈ। ਤਾਂ डिमांड फॉर लेबर 10, 20 एंड 30 है। एक्चुअल अर्निंग कितनी हो रही है 10, 15 एंड 20 एंड ट्रांसफर अर्निंग पहला कितनी सी अपनी 10, 10, 10। ਤਾਂ ਤੁਸੀਂ ਦੇਖ ਸਕਦੇ ਹੋ डिमांड फॉर लेबर जिन्नी इंक्रीज हो रही है अपनी ਜਿਹੜੀ है सरप्लस भी इंक्रीज हो रहा है, लेकिन जो है अपनी एक्चुअल अर्निंग उसके नालों घट इंक्रीज हो रही है। लैंड 10 एंड एक्चुअल अर्निंग 10, लैंड लेबर 20 एंड जी अपनी लेबर की प्रोडक्शन है वो 15 मिस घट उसके नालों एंड लेबर फिर 30 एंड जी प्रोडक्शन है 20। तो जो रेंट है वो लेबर की जी है इलास्टिसिटी नालों घट रहेगा 0, 5 एंड 10। ਤੁਸੀਂ ਇੱਥੇ ਦੇਖ ਸਕਦੇ ਹੋ ਲੇਬਰ ਦੀ ਜਿਵੇਂ ਜਿਵੇਂ ਡਿਮਾਂਡ ਇਨਕਰੀਜ਼ ਹੋ ਰਹੀ ਹੈ ਉਵੇਂ ਉਵੇਂ ਵੇਜਿਸ ਤੇ ਰੈਂਟ ਵੀ ਕੀ ਹੋ ਰਿਹਾ ਇਨਕਰੀਜ਼ ਹੋ ਰਿਹਾ। SS curve is a positive supply curve, DD is a demand curve। ई पॉइंट ਤੇ ਕੱਟ ਕਰ ਰਹੇ ਨੇ ਜਿੱਥੇ ON ਆਪਣੀ ਲੇਬਰ ਹੈ ਐਂਡ ਆਪਣਾ ਵੇਜਿਸ OW ਜੋ ਫਿਕਸ ਕੀਤਾ ਗਿਆ ਹੈ। ਅਗਰ ਕਹਿੰਦੇ ਲੇਬਰ ਇਨਕਰੀਜ਼ ਕੀਤੀ ON1 ਤਦ ਆਪਣੇ ਵੇਜਿਸ ਵੀ ਇਨਕਰੀਜ਼ ਹੋਣਗੇ ਕਿਉਂਕਿ ਆਪਣਾ ਪ੍ਰੋਫਿਟ ਵੀ ਕੀ ਹੋ ਰਿਹਾ ਇਨਕਰੀਜ਼ ਹੋ ਰਿਹਾ, ਸਰਪਲਸ ਵੀ ਇਨਕਰੀਜ਼ ਹੋ ਰਿਹਾ। ਤਾਂ ਇਹ 3 ਰੀਜ਼ਨਸ ਕਰਕੇ ਜਿਹੜੀ ਆਪਣੀ ਰੈਂਟ ਕੀ ਹੁੰਦਾ ਹੈ ਅਰਾਈਜ਼ ਹੁੰਦਾ ਹੈ। ਇਹ ਸੀਗੀ ਆਪਣੀ ਮਾਡਰਨ ਥਿਊਰੀ ਤੇ ਮਾਡਰਨ ਥਿਊਰੀ ਨੂੰ ਵੀ ਕ੍ਰਿਟਿਸਾਈਜ਼ ਕੀਤਾ ਗਿਆ ਹੈ ਐਂਡ ਉਸ ਤੋਂ ਬਾਅਦ ਇਹਦੇ ਵਿੱਚ ਹੋਰ अपना शॉर्ट क्वेश्चन है दैट इज अ क्वेसीरेंट। कहते क्वेसीरेंट की होता है द क्वेसीरेंट इज द शॉर्ट क्वेश्चन जो इस तो लग गया। क्वेसीरेंट वाज इंट्रोड्यूस्ड इन इकोनॉमिक्स बाय डॉक्टर मार्शल इंट्रोड्यूस किया सीगा। कहते इट रेफर्स टू द एडिशनल इनकम अर्नड बाय फैक्टर्स अदर दैन लैंड। कहते लैंड तो इलावा अदर फैक्टर्स को जो ਆਪਾਂ यूज करते हैं तो ਉਹਦੇ द्वारा ਜਿਹੜੀ अपनी इंक्रीज ਹੁੰਦੀ ਹੈ आउटपुट कहते ਉਹਦਾ ਹੋਇਆ रीजन है whose supply is fixed in the short period। In the words of Marshall, the term quotient will be used in present volume as income derived from machines and other applicants of productions made by man। कहते मैन ने ਜਿਹੜੇ ਰਿਸੋਰਸਿਸ ਬਣਾਏ ਹੁੰਦੇ ਨੇ ਜਦੋਂ ਆਪਾਂ ਲੈਂਡ ਤੇ ਉਹਨਾਂ ਦਾ ਯੂਜ਼ ਕਰਾਂਗੇ ਤਾਂ ਉਹਨਾਂ ਦੇ ਥਰੂ ਜੋ ਆਪਣੀ ਲੈਂਡ ਦੀ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ ਤਾਂ ਕੁਐਸਟੀਰੈਂਟ ਉਹਦੇ ਥਰੂ ਕੀ ਹੁੰਦਾ ਹੈ ਇੰਟਰੋਡਿਊਸ ਹੁੰਦਾ ਹੈ। ਕਹਿੰਦੇ therefore it refers to as if rent। ठीक है, कहते दैट इज द रीजन कि जी ये डिफरेंस ਹੁੰਦਾ क्वेश्चन इज इक्वल टू टोटल रेवेन्यू माइनस टोटल वेरिएबल कॉस्ट। क्वेश्चन ਅਸੀਂ ਉਦੋਂ ਦੇਖ ਸਕਦੇ ਹਾਂ ਜਦੋਂ ਅਸੀਂ ਟੋਟਲ ਰੈਵਨਿਊ ਦੇ ਵਿੱਚੋਂ ਜਿੰਨੇ ਸਾਡੀ ਟੋਟਲ ਵੇਰੀਏਬਲਸ ਕਾਸਟ ਆ ਰਹੀ ਹੈ ਵੇਰੀਏਬਲਸ ਫੈਕਟਰਸ ਤੇ ਕਿਉਂਕਿ ਲੈਂਡ ਨੂੰ ਆਪਾਂ ਇਨਕਰੀਜ਼ ਡਿਕਰੀਜ਼ ਨਹੀਂ ਕਰ ਸਕਦੇ ਓਨਲੀ ਆਪਾਂ ਲੇਬਰ ਨੂੰ ਜਾਂ ਕੈਪੀਟਲ ਨੂੰ ਇਨਕਰੀਜ਼ ਡਿਕਰੀਜ਼ ਕਰ ਸਕਦੇ ਹਾਂ ਤਾਂ ਉਹਨਾਂ ਦੇ ਵਿੱਚ ਜੋ ਡਿਫਰੈਂਸ ਆਏਗਾ ਟੋਟਲ ਕਾਸਟ ਆਪਣੀ ਵੇਰੀਏਬਲ ਫੈਕਟਰ ਤੇ ਇਨਕਰੀਜ਼ ਹੋਏਗੀ। ਜਦੋਂ ਟੋਟਲ ਰੈਵਨਿਊ ਦੇ ਵਿੱਚੋਂ ਉਹ ਮਾਈਨਸ ਕਰਾਂਗੇ ਤਾਂ ਆਪਣੇ ਕੋਲ ਜੋ ਸਰਪਲਸ ਬਚ ਜਾਏਗਾ ਦੈਟ ਇਜ਼ ਅ ਕੁਐਸਟੀਰੈਂਟ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ ओ एक्स अक्ष से आउटपुट दिखाई हुई है अपनी ओ वाई पे कॉस्ट एंड प्राइस दिखाई हुई है। एम सी इज अ मार्जिनल कॉस्ट कर्व एंड ए बी सी इज अ एवरेज वेरिएबल कॉस्ट। तो तुम देख सकते हो कि एम सी ते ए बी सी एक दूसरे को कट कर रहे हैं जिथे ओ क्यू इज अ इक्विलिब्रियम पॉइंट ओ क्यू इज अ इक्विलिब्रियम आउटपुट एंड ओ पी इज अ इक्विलिब्रियम पॉइंट। अगर तुम अपना बी पॉइंट से देखते या ए पॉइंट से देखते हैं ए पॉइंट मार्जिनल कॉस्ट एवरेज कॉस्ट नालों ज़्यादा है एंड प्राइस अपना P1 है तो ए पॉइंट इक्विलिब्रियम है एंड उस तो बाद डी पॉइंट इक्विलिब्रियम प्राइसेस इंक्रीज एवरेज कॉस्ट भी इंक्रीज हो रही है लेकिन मार्जिनल कॉस्ट एवरेज कॉस्ट के नालों ज़्यादा है। तो क्वेश्चन इज ए सी जो है अपना प्रॉफिट है क्वेश्चन है क्योंकि Q1 प्रोडक्शन तो अपन उतना ही प्रॉफिट हो रहा है P1 प्राइस अपनी ज़्यादा है P ਦੇ ਨਾਲੋਂ। the रीजन की है टोटल रेवेन्यू एंड टोटल वेरिएबल कॉस्ट ਦੇ ਵਿੱਚ डिफरेंस। ਤੇ ਇਹ ਸੀ ਅੱਜ ਆਪਣੇ ਕਨਸੈਪਟ ਜੋ ਆਪਾਂ ਨੇ लैंड मार्केट ਦੇ ਵਿੱਚ ਦੇਖੇ टू ਥਿਊਰੀਜ਼ ਦੇਖੀਆਂ ਰਿਕਾਰਡੀਅਨ ਥਿਊਰੀ ਐਂਡ ਉਸ ਤੋਂ ਬਾਅਦ ਰਿਕਾਰਡੀਅਨ ਥਿਊਰੀ ਦੇ ਵਿੱਚ ਇੰਟੈਂਸਿਵ ਤੇ ਐਕਸਟੈਂਸਿਵ ਕਲਟੀਵੇਸ਼ਨਸ ਤੇ ਜਿਹੜਾ ਹੈ ਆਪਣਾ ਮਾਡਰਨ ਥਿਊਰੀ ਉਹਦੇ ਵਿੱਚ ਆਪਣਾ ਸਕਾਰਸਿਟੀ ਮੇਨ ਰੀਜ਼ਨ ਹੈ ਰੈਂਟ ਅਰਾਈਜ਼ ਹੋਣ ਦਾ ਤੇ ਉਸ ਤੋਂ ਬਾਅਦ ਜਿਹੜਾ ਹੈ ਆਪਣਾ ਰੈਂਟ ਦੇ ਰਾਈਜ਼ ਦਾ ਡਿਫਰੈਂਸ ਬਿਟਵੀਨ ਟ੍ਰਾਂਸਫਰ अर्निंग ਐਂਡ ਐਕਚੁਅਲ अर्निंग। ਤੇ ਇਹ ਸੀਗਾ ਆਪਣਾ ਕੁਐਸਚਨ ਦਾ ਟੌਪਿਕ ਤੇ ਆਪਣਾ ਅੱਜ ਇਹ ਵਾਲਾ ਲੈਕਚਰ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।